ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਪਾਰਟੀਆਂ ਸਾਥ ਦੇਣਗੀਆਂ, ਜਾਂ ਫਿਰ ਜਦੋਂ ਐਨਡੀਪੀ ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਆ ਕਿ ਨਹੀਂ, ਪਿਛਲੀ ਵਾਰ ਤਰ੍ਹਾਂ ਅਸੀਂ ਸੌਖੀ ਤਰ੍ਹਾਂ ਦੇ ਨਾਲ ਸਾਥ ਨਹੀਂ ਦੇਣਾ, ਅਸੀਂ ਜਿਹੜੀ ਚੀਜ਼ ਕੈਨੇਡੀਅਨਸ ਦੇ ਹਿੱਤਾਂ ਦੇ ਵਿੱਚ ਨਹੀਂ ਹੋਊਗੀ ਅਸੀਂ ਉਹਨਾਂ ਦੇ ਬਿੱਲ ਦੇ ਉੱਤੇ ਵੋਟ ਨਹੀਂ ਪਾਵਾਂਗੇ, ਸਹਿਮਤੀ ਨਹੀਂ ਦੇਵਾਂਗੇ। ਤੁਹਾਨੂੰ ਕੀ ਲੱਗਦਾ ਪਿਛਲੀ ਵਾਰੀ ਦੀ ਤਰ੍ਹਾਂ ਐਨਡੀਪੀ ਹੀ ਸਾਥ ਦਿੰਦੀ ਜਾਵੇਗੀ ਜਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕੰਜ਼ਰਵੇਟਿਵ ਵੀ ਸਾਥ ਦੇਣਗੇ? ਜਿਹੜਾ ਇਹ ਸੀ ਆਪਣੇ 4 ਬਿੱਲ ਸੀਗਾ ਕਨਵਰਜ਼ਨ ਥੈਰੇਪੀ ਵਾਲਾ ਜਿਹੜਾ ਸੀਗਾ, ਇਹ ਯੂਨੈਨੀਮਸਲੀ ਪਾਸ ਹੋਇਆ। ਸੋ ਆਫਟਰ ਅ ਲੌਂਗ ਟਾਈਮ ਤਿੰਨੇ ਪਾਰਟੀਆਂ ਨੇ ਰਲ ਕੇ ਇਹਨੂੰ ਪਾਸ ਕੀਤਾ ਹੈ। ਦੇ ਵਰ ਕੰਗ੍ਰੈਚੁਲੇਟਿੰਗ ਈਚ ਅਦਰ, ਵੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਸੀਗੇ। ਸੋ ਬੜਾ ਸੋਹਣਾ ਮਾਹੌਲ ਦੇਖਣ ਨੂੰ ਮਿਲਿਆ, ਕਿਉਂਕਿ ਜਦੋਂ ਪੋਲੀਟੀਸ਼ੀਅਨ ਪਾਰਟੀਆਂ ਰਲ ਮਿਲ ਕੇ ਕੈਨੇਡਾ ਦੇ ਹਿੱਤ ਦੇ ਵਿੱਚ ਕੋਈ ਡਿਸੀਜਨ ਬਣਾਉਂਦੀ ਹੈ ਉਹ ਕਾਫੀ ਸ਼ਲਾਘਾਯੋਗ ਹੁੰਦਾ ਹੈ, ਕਿਉਂਕਿ ਉਹ ਸਾਰਿਆਂ ਲਈ ਗੁੱਡ ਸੀਗਾ। ਸੋ ਹੈਵਿੰਗ ਸੈਡ ਦੈਟ, ਮੂਵਿੰਗ ਫਾਰਵਰਡ, ਜਿਵੇਂ ਤੁਸੀਂ ਕੁਐਸਚਨ ਪੁੱਛਿਆ ਆ, ਜਿਹੜੇ ਬਾਕੀ ਇਹਨਾਂ ਨੇ ਡਿਸੀਜਨ ਬਣਾਉਣੇ ਆ, ਨਾਟ ਨੈਸੈਸਰੀਲੀ ਵੀ ਦੂਜੀਆਂ ਪਾਰਟੀਆਂ ਇਸੇ ਤਰ੍ਹਾਂ ਹੁੰਗਾਰਾ ਭਰਨਗੀਆਂ, ਕਿਉਂਕਿ ਆਪਦੇ ਇਹਨਾਂ ਪਾਰਟੀਆਂ ਦੇ ਪਲੇਟਫਾਰਮ ਹੁਣ ਜਦੋਂ ਲਿਬਰਲਸ ਦੀ ਗੱਲ ਆਉਂਦੀ ਹੈ ਨਾ, ਲਿਬਰਲਸ ਕਦੇ ਵੀ ਪ੍ਰੋਮਿਸ ਨਹੀਂ ਕਰਦੇ ਕਿ ਉਹ ਬੈਲੈਂਸ ਬਜਟ ਦੇ ਹੱਕ ਦੇ ਵਿੱਚ ਨੇ। ਹੁਣ ਹਮੇਸ਼ਾ ਹੀ ਡੈਫਿਸਿਟ ਦੇ ਵਿੱਚ ਸਰਕਾਰ ਰਹਿੰਦੀ ਹੈ। ਉਹ ਕਹਿੰਦੇ ਆ ਕਿ ਜਦੋਂ ਅਸੀਂ ਕੈਨੇਡੀਅਨਸ ਦੇ ਲਈ ਗੱਲ ਕਰਦੇ ਹਾਂ, ਉਹਨਾਂ ਦੇ ਲਈ ਅਸੀਂ ਕੰਮ ਕਰਨ ਦੀ ਗੱਲ ਕਰਦੇ ਹਾਂ, ਉਹਨਾਂ ਦੇ ਲਈ ਪੈਸੇ ਲਿਆਉਣ ਦੀ ਗੱਲ ਕਰਦੇ ਹਾਂ, ਤਾਂ ਅਸੀਂ ਆਪਣੇ ਲੈਵਲ ਦੇ ਉੱਤੇ, ਫੈਡਰਲ ਲੈਵਲ ਦੇ ਉੱਤੇ ਅਸੀਂ ਬੈਂਕਾਂ ਦੇ ਨਾਲ ਡੀਲ ਕਰਦੇ ਹਾਂ, ਜੋ ਜਿੰਨਾ ਵੀ ਕੈਨੇਡੀਅਨਸ ਨੂੰ ਲੋੜ ਹੁੰਦੀ ਹੈ। ਹੁਣ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ $2000 ਜਿਹੜੀ ਹੈ ਹਰ ਕਿਸੇ ਨੂੰ ਜਿਹੜੇ ਘਰੇ ਬੈਠੇ ਸੀ ਉਹ ਦਿੱਤੇ ਗਏ ਆ। ਹੁਣ ਆਟੋਮੈਟਿਕਲੀ ਡੈਫਿਸਿਟ ਤਾਂ ਆਉਣਾ ਹੀ ਆਉਣਾ, ਪਰ ਨਾਲ ਹੁਣ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ 78 ਬਿਲੀਅਨ ਤੋਂ 100 ਬਿਲੀਅਨ ਤੱਕ ਜਿਹੜਾ ਉਹ ਹੋਰ ਇਕਨੋਮੀ ਦੇ ਵਿੱਚ ਲਾਇਆ ਜਾਊਗਾ, ਤਾਂ ਕਿ ਇਕਨੋਮੀ ਹੋਰ ਬੈਟਰ ਹੋਵੇ, ਬੈਟਰ ਬਿਲਡ ਹੋਵੇ। ਹੁਣ ਉਹਦੇ ਲਈ ਇੰਨਾ ਪੈਸਾ ਜਿਹੜਾ ਆਉਣਾ ਉਹ ਕਿਵੇਂ ਆਉਣਾ, ਕਿਸ ਤਰ੍ਹਾਂ ਦੇ ਨਾਲ ਆਉਣਾ, ਕਿਉਂਕਿ ਮਹਿੰਗਾਈ ਆਲਰੇਡੀ ਵੱਧ ਰਹੀ ਹੈ। ਤੁਸੀਂ ਜਿਵੇਂ ਘਾਟੇ ਦਾ ਬਜਟ ਕਿਹਾ, ਸੋ ਜਦੋਂ ਆਪਣੇ ਕੋਵਿਡ ਦੇ ਵਿੱਚ ਇੰਨੀ ਭੀੜ ਪਈ ਸੀ ਕੰਟਰੀ ਦੇ ਵਿੱਚ, ਸੋ ਸਰਕਾਰਾਂ ਨੂੰ ਉਹਦਾ ਸੋਲੂਸ਼ਨ ਕੱਢਣ ਲਈ, ਜਿਵੇਂ ਤੁਸੀਂ ਕਿਹਾ ਕਿ ਉਹ ਬੈਨੀਫਿਟਸ ਜਿਹੜੇ ਦਿੱਤੇ 2000 ਜਾਂ ਮਤਲਬ ਬਿਜ਼ਨੈਸਸ ਬੰਦ ਹੋਏ, ਲੋਕਾਂ ਨੂੰ ਨੁਕਸਾਨ ਜਿਹੜੇ ਹੋਏ, ਸੋ ਉਹਦੇ ਵਿੱਚ ਫਿਰ ਗੌਰਮੈਂਟਸ ਕੀ ਕਰਦੀਆਂ, ਉਹਨਾਂ ਕੋਲੇ ਮਨੀ ਰੇਜ਼ ਕਰਨ ਦੀ ਪਾਵਰ ਮਤਲਬ ਕਾਫੀ ਹੁੰਦੀ ਹੈ। ਉਹ ਬੈਂਕਾਂ ਨਾਲ ਵੀ ਡੀਲ ਕਰਦੇ ਆ, ਐਂਡ ਆਪਣੇ ਇੰਟਰਸਟ ਰੇਟ ਲੋ ਹੋਣ ਕਰਕੇ ਸੋ ਜਿਹੜੀ ਬਜਟ ਨੂੰ, ਘਾਟੇ ਦੇ ਬਜਟ ਨੂੰ ਜਿਹੜੀ ਆਪਾਂ ਫਾਈਨੈਂਸ ਕਰੀਦਾ, ਉਹ ਕਾਸਟ ਥੋੜ੍ਹੀ ਜਿਹੀ ਗੌਰਮੈਂਟਾਂ ਦੀ ਲੋ ਹੋ ਜਾਂਦੀ ਹੈ। ਪਰ ਉਸ ਦੇ ਨਾਲ ਜਿਹੜੇ ਇਹਦੇ ਰਿਪਲ ਇਫੈਕਟ ਜਿਹੜੇ ਹੈਗੇ ਆ, ਹੁਣ ਜਿਵੇਂ ਤੁਸੀਂ ਕਿਹਾ ਕਿ 78 ਬਿਲੀਅਨ ਦਾ ਉਹਨਾਂ ਨੇ ਜਿਹੜੇ ਪ੍ਰੋਮਿਸਿਸ ਕੀਤੇ ਹੈ, ਮੇਬੀ 100 ਬਿਲੀਅਨ ਸਪੈਂਡ ਕਰਨਾ ਪਵੇ। ਸੋ ਜਦੋਂ ਇਨਫਰਾਸਟ੍ਰਕਚਰ ਬਣਾਈ ਦੀ ਹੈ ਅਰਸ਼, ਉਹ ਆਪਾਂ ਇਕੱਲਾ ਖਰਚਾ ਨਹੀਂ ਦੇਖਣਾ ਹੈ। ਉਹ ਜਦੋਂ ਇਹਨਾਂ ਨੇ ਮਨੀ ਸਪੈਂਡ ਕਰਨੀ ਹੈ, ਮੰਨ ਲਓ ਚਲੋ ਆਪਾਂ ਨੇੜੇ ਐਗਜ਼ਾਮਪਲ ਲੈ ਜਾਂਦੇ, ਸਕਾਈ ਟ੍ਰੇਨ ਬਣਨੀ, ਉਹਦੇ ਨਾਲ ਜਿਹੜੀ ਹੈਗੀ ਆ ਇੰਪਲੋਇਮੈਂਟ ਕ੍ਰੀਏਟ ਹੋਣਾ ਆ, ਉੱਥੇ ਇਨਫਰਾਸਟ੍ਰਕਚਰ ਬਣਨੀ ਆ, ਬਿਜ਼ਨਸ ਉਹਦੇ ਆਲੇ ਦੁਆਲੇ ਖੁੱਲ੍ਹਣੇ ਆ, ਰੈਜ਼ੀਡੈਂਸਿਸ ਉਹਦੇ ਆਲੇ ਦੁਆਲੇ ਬਣਨੇ ਆ। ਸੋ ਇੱਕ ਪਾਸੇ ਐਕਸਪੈਂਸ ਹੋ ਰਿਹਾ, ਦੂਜੇ ਪਾਸੇ ਰੈਵਨਿਊ ਜਨਰੇਟ ਹੋ ਰਿਹਾ। ਬਿਲਕੁਲ, ਇਹ ਤੁਹਾਨੂੰ ਬਚਾਅ ਕਰਦਾ ਹੈ। ਹੁਣ ਵੈਕਸੀਨਸ, ਉਹ ਕਦੇ ਵੀ ਉਹਨਾਂ ਨੇ ਆਏ ਨਹੀਂ ਕਿਹਾ ਸੀਗਾ ਕਿ ਤੁਸੀਂ ਵੈਕਸੀਨ ਲਗਵਾ ਲਈ ਤਾਂ ਤੁਸੀਂ ਸੇਫ, ਤੁਹਾਨੂੰ ਕਦੇ ਵੀ ਕੋਵਿਡ ਨਹੀਂ ਹੋਊਗਾ। ਉਹ ਕਹਿੰਦੇ ਹੋ ਸਕਦਾ, ਪਰ ਇਹ ਹੈ ਕਿ ਤੁਹਾਡੀ ਮੌਤ ਨਹੀਂ ਹੋਊਗੀ, ਥੋੜਾ ਬਹੁਤ ਜਿਹੜੇ ਸਿੰਪਟਮ ਆਉਣਗੇ, ਲਾਈਟ ਸਿੰਪਟਮ ਆਉਣਗੇ, ਪਰ ਇਹ ਹੈ ਕਿ ਤੁਹਾਨੂੰ ਜ਼ਿਆਦਾ ਤੁਹਾਡੇ ਲੰਗਸ ਤੇ ਇਫੈਕਟ ਨਹੀਂ ਹੋਊਗੀ, ਤੁਹਾਡੇ ਕਿਸੇ ਹੋਰ ਸਿਸਟਮ ਦੇ ਉੱਤੇ ਜਿਹੜਾ ਹੈ ਉਹ ਇਫੈਕਟ ਨਹੀਂ ਹੋਊਗਾ, ਪਰ ਇਹ ਹੈ ਕਿ ਬਚਾਅ ਹੋ ਜਾਊਗਾ। ਤੀਜਾ ਸ਼ਾਟ ਸ਼ਾਇਦ ਚੌਥਾ ਵੀ ਕਹਿ ਦੇਣ, ਯੂ ਨੈਵਰ ਨੋ ਕਿ ਕੀ ਕਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ। ਸਾਇੰਸ ਕੁਝ ਵੀ ਕਹਿ ਸਕਦੀ ਹੈ। ਮੇਰੇ ਖਿਆਲ, ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੇ ਆ, ਮੇਰੇ ਖਿਆਲ ਇਟ ਵਿਲ ਬੀ ਅ ਨਿਊ ਨਾਰਮਲ। ਆਈ ਥਿੰਕ ਥੀਸ ਵੈਕਸੀਨੇਸ਼ਨ probably will be every year, because you know it's better to be safe than sorry। ਤੇ ਉਹਨਾਂ ਨੂੰ ਜਿਹੜੇ ਹੈਗਾ ਆ ਉਹਨੂੰ ਫਾਈਟ ਕਰਨ ਲਈ ਇਹਨਾਂ ਨੇ ਜਿਹੜੇ ਹੈਗੇ ਵੈਕਸੀਨ, ਇਹ ਮੇਰੇ ਖਿਆਲ ਇਟ ਵਿਲ ਬੀ ਅ ਨਿਊ ਨਾਰਮਲ। ਮੇਬੀ ਆਪਾਂ ਨੂੰ ਹਰ ਸਾਲ ਹੀ ਲਵਾਉਣਾ ਪਵੇ। ਇਟਸ ਵਿਲ ਬੀ ਵੈਰੀ ਇੰਟਰਸਟਿੰਗ ਟੂ ਸੀ, ਬਟ ਸਾਇੰਸ ਜਾਂ ਜਿੰਨੇ ਵੀ ਆਪਣੇ ਡਾਕਟਰਸ ਨਾਲ ਇੰਟਰਵਿਊ ਹੋਇਆ, ਉਹਨਾਂ ਦਾ ਵੀ ਇਹ ਕਹਿਣਾ ਹੈ it might be every year kind of। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼, ਖਾਸ ਮੁਲਾਕਾਤ ਦੇ ਵਿੱਚ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ, ਕੈਨੇਡਾ ਲੈਵਲ ਦੇ ਉੱਤੇ, ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਰਾਜਨੀਤੀ ਦੇ ਬਾਰੇ, ਕਿ ਆਖਿਰ ਕੀ ਕੁਝ ਹੋ ਰਿਹਾ ਸਾਡੇ ਕੈਨੇਡਾ ਦੇ ਵਿੱਚ,
ਤੇ ਅਮਰੀਕਾ ਦੇ ਵਿੱਚ, ਸਾਡੇ ਗੁਆਂਢੀ ਮੁਲਕ ਦੇ ਵਿੱਚ ਕੀ ਕੁਝ ਹੋ ਰਿਹਾ। ਜਦੋਂ ਅਸੀਂ ਫੈਡਰਲ ਸਰਕਾਰ ਦੇ ਉੱਤੇ ਨਜ਼ਰ ਮਾਰਦੇ ਹਾਂ, ਫੈਡਰਲ ਲੈਵਲ ਦੇ ਉੱਤੇ ਦੇਖਦੇ ਹਾਂ, ਤਾਂ ਉੱਥੇ ਪਹਿਲਾ ਬਿੱਲ ਚੋਣਾਂ ਤੋਂ ਬਾਅਦ ਪਾਸ ਕਰ ਦਿੱਤਾ ਗਿਆ, ਪਰ ਹੁਣ ਅਗਲੇ ਬਿੱਲਾਂ ਦਾ ਕੀ, ਅਗਲੇ ਬਿੱਲਾਂ ਦੇ ਉੱਤੇ ਕੀ ਕੰਜ਼ਰਵੇਟਿਵ ਸਾਥ ਦੇਣਗੇ, ਕੀ ਐਨਡੀਪੀ ਵਾਲੇ ਸਾਥ ਦੇਣਗੇ, ਕਿਹੜੀ ਪਾਰਟੀ ਹੈ ਜਿਹੜੀ ਉਹ ਸਾਥ ਦੇਗੀ ਤਾਂ ਕਿ ਬਿੱਲ ਪਾਸ ਹੋ ਜਾਵੇ। ਇਸ ਵਿਚਕਾਰ ਬਜਟ ਵੀ ਪੇਸ਼ ਕਰਨਾ ਹੈ। फाइनेंस मिनिस्टर क्रिस्टिया फ्रीलैंड के द्वारा यह बजट पेश किया जाना। बजट दे विच की होएगा, की ये बजट 2019 वर्गा 2015 वर्गा ही होने वाला, जां इस बजट दे विच कुछ डिफरेंट, कुछ अनोखा होने वाला, क्योंकि वादे ते दावे सरकार दे वल्लों वड्डे वड्डे चोणां दे दौरान कीते गए सी, पर उस दौरान टैक्स पेयरां दा पैसा लग्या, होर पैसा दूजे देशों के बैंक ऑफ कैनेडा तो लिया गया ताकि कनेडियंस की मदद की जाए, पर डेफिसिट लगातार कैनेडा के उत्ते वधदा जा रहा। हुण देखण वाला होवेगा कि डेफिसिट कितना हुंदा सरकार के उत्ते। दूजे पासे जदों असीं ओमिक्रॉन वेरीएंट की गल करते हैं, ओमिक्रॉन वेरीएंट के केस लगातार बढ़ते जा रहे हैं। साउथ अफ्रीका तो जिहड़ियां फ्लाइट्स आ रही सी, कई कंट्रीज़ के उत्ते बैन लगा दिते गए हैं, पर लोगों के लिए थोड़े रूल सुखाले किए गए हैं ताकि लोग इत्थे चंगी तरह कैनेडा दे विच बिना किसी मुश्किल तो आ सकन। उस दे विचकार अराइव कैन ऐप जिहड़ी है ਉਹ ਜ਼ਰੂਰੀ ਨਹੀਂ ਕੀਤੀ ਗਈ, ਪਰ ਤੁਸੀਂ ਆਪਣੀ ਇਨਫੋਰਮੇਸ਼ਨ ਆ ਬਾਰਡਰ ਦੇ ਉੱਤੇ ਦੇ ਸਕਦੇ ਆ। ਪਹਿਲਾਂ ਇਹ ਜ਼ਰੂਰੀ ਸੀ, ਬਹੁਤ ਸਾਰੇ ਲੋਕਾਂ ਨੂੰ ਜੁਰਮਾਨੇ ਵੀ ਲਗਾਏ ਗਏ, ਪਰ ਇਨ ਪਰਸਨ ਤੁਹਾਨੂੰ ਉੱਥੇ ਇਨਫੋਰਮੇਸ਼ਨ ਦੇਣੀ ਲਾਜ਼ਮੀ ਹੋਵੇਗੀ। ਹੋਰ ਡਿਟੇਲਸ ਬਾਰੇ ਵੀ ਅੱਜ ਵਿਚਾਰ ਚਰਚਾ ਕਰਾਂਗੇ। ਹੁਣ ਲੋਕ ਕੈਨੇਡਾ ਦੇ ਵਿੱਚ ਆ ਵੀ ਰਹੇ ਨੇ, ਪਰ ਕਾਮਿਆਂ ਦੀ ਅਜੇ ਵੀ ਘਾਟ ਰੜਕ ਰਹੀ ਹੈ। ਸਟੈਟਕੈਨ ਨੇ ਪਿਛਲੇ ਮਹੀਨੇ ਦੇ ਅੰਕੜੇ ਜਾਰੀ ਕੀਤੇ, ਜਿਸ ਵਿੱਚ ਦੱਸਿਆ ਗਿਆ ਕਿ 1,54,000 ਤੋਂ ਉੱਤੇ ਨੌਕਰੀਆਂ ਕੈਨੇਡਾ ਦੇ ਵਿੱਚ ਨਵੀਆਂ ਆਈਆਂ, ਇਕਾਨਮੀ ਦੇ ਵਿੱਚ ਵਾਪਸ ਆਈਆਂ, ਪਰ ਫਿਰ ਵੀ ਕਾਮਿਆਂ ਦੀ ਘਾਟ ਕਿਉਂ ਹੈ, ਇਸ ਮੁੱਦੇ ਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ, ਜ਼ਿਕਰ ਕਰਾਂਗੇ। ਦੂਜੇ ਪਾਸੇ ਪ੍ਰੋਵਿੰਸ਼ੀਅਲ ਲੈਵਲ ਅਸੀਂ BC ਦੀ ਗੱਲ ਕਰ ਲਈਏ ਤਾਂ BC ਦੇ ਵਿੱਚ ਵੀ ਓਮਿਕਰੋਨ ਵੇਰੀਐਂਟ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਨੇ ਤੇ ਫਲੱਡ ਨੇ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੋਇਆ। ਡੇਟਾ ਸਾਹਮਣੇ ਆਇਆ ਹੈ ਕਿ ਕਿੰਨੇ ਲੋਕ, ਕਿੰਨੇ ਪਸ਼ੂ ਪੰਛੀ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ, ਹਾਈਵੇ ਜਿਹੜੇ ਨੇ ਉਹ ਕਿਹੜੇ-ਕਿਹੜੇ ਖੋਲ ਦਿੱਤੇ ਗਏ ਨੇ, ਕਿਹੜੇ-ਕਿਹੜੇ ਹਾਈਵੇ ਪ੍ਰਭਾਵਿਤ ਹੋਏ ਨੇ, ਉਸ ਬਾਰੇ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਵਾਂਗੇ, ਵਿਚਾਰ ਚਰਚਾ ਕਰਾਂਗੇ। ਹੋਰ ਬਹੁਤ ਸਾਰੀਆਂ ਖਬਰਾਂ ਨੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਹੋ ਰਿਹਾ, ਅਮਰੀਕਾ ਦੇ ਵਿੱਚ ਕੀ ਹੋ ਰਿਹਾ। ਅੱਜ ਪੁਟਿਨ ਦੇ ਨਾਲ ਜੋ ਬਾਈਡਨ ਦੀ ਗੱਲਬਾਤ ਹੋਈ ਹੈ, ਕੀ ਕੁਝ ਉਸ ਗੱਲਬਾਤ ਤੋਂ ਨਿਕਲ ਕੇ ਆਇਆ, ਚਾਈਨਾ ਦੇ ਨਾਲ ਸੰਬੰਧ ਕਿਹੋ ਜਿਹੇ ਨੇ, ਹੋਰ ਦੇਸ਼ਾਂ ਦੇ ਨਾਲ ਸੰਬੰਧ ਕਿਹੋ ਜਿਹੇ ਨੇ, ਇਸ ਸਭ ਦੇ ਬਾਰੇ ਗੱਲ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਦੇ ਵਿੱਚ ਸ਼ਾਮਿਲ ਹੋਣਗੇ ਸੀਨੀਅਰ ਜਰਨਲਿਸਟ CJ ਸਿੱਧੂ। ਆਓ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਿੱਧੂ ਸਾਹਿਬ, ਧੰਨਵਾਦ ਤੁਹਾਡਾ, ਤੁਸੀਂ ਟਾਈਮ ਟੂ ਟਾਈਮ ਕੱਢਿਆ ਤਾਂ ਕਿ ਅਸੀਂ ਕਨਵਰਸੇਸ਼ਨ ਕਰ ਸਕੀਏ ਕਿ ਸਾਡੇ ਲੋਕਲ ਲੈਵਲ ਦੇ ਉੱਤੇ, ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ, ਫੈਡਰਲ ਲੈਵਲ ਦੇ ਉੱਤੇ ਤੇ ਨਾਲ ਸਾਡੇ ਗੁਆਂਢੀ ਮੁਲਕ ਦੇ ਵਿੱਚ ਕੀ ਹੋ ਰਿਹਾ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅਸੀਂ ਫੈਡਰਲ ਲੈਵਲ ਦੇ ਉੱਤੇ। ਹੁਣ ਸਭ ਤੋਂ ਪਹਿਲਾਂ ਸਾਨੂੰ ਇਹ ਸੀਗਾ ਕਿ ਛੇਤੀ ਤੋਂ ਛੇਤੀ ਜਿਹੜੀ ਇਹ ਕੈਬਨਿਟ ਬਣਾਈ ਜਾਵੇ। ਅਸੀਂ ਕੈਬਨਿਟ ਵੀ ਦੇਖੀ ਕਿ ਕਿਹੜੇ ਆਪਾਂ ਹੀ ਲਾਈਵ ਕੀਤਾ ਸੀ, ਆਪਾਂ ਸਾਰੇ ਦਰਸ਼ਕ ਜਿਹੜੇ ਨੇ ਉਹ ਜਾਣਦੇ ਨੇ ਕਿ ਲਾਈਵ ਦੇ ਵਿੱਚ ਅਸੀਂ ਦੱਸਿਆ ਸੀ ਕਿ ਕਿਹੜੇ ਮਿਨਿਸਟਰ ਬਣੇ ਨੇ। ਹੁਣ ਉਸ ਨਵੀਂ ਕੈਬਨਿਟ ਤੋਂ ਬਾਅਦ ਨਵੇਂ ਬਿੱਲ ਪੇਸ਼ ਹੋਣੇ ਸੀ, ਪਰ ਫਾਸਟ ਟਰੈਕ ਜਿਹੜਾ ਬਿੱਲ ਕੀਤਾ ਗਿਆ ਉਹ ਕਨਵਰਜਨ ਥੈਰੇਪੀ ਕੀਤਾ ਗਿਆ, ਜਿਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਨੇ ਯੋਗਦਾਨ ਦੇ ਕੇ, ਸਾਰੀਆਂ ਪਾਰਟੀਆਂ ਨੇ ਜਿਹੜੀ ਆਪਣੀ ਵੋਟ ਦੇ ਕੇ ਉਹਨੂੰ ਪਾਸ ਕੀਤਾ ਤੇ ਬਿੱਲ C4 ਜਿਹੜਾ ਉਹ ਪਾਸ ਹੋ ਗਿਆ। ਸੋ ਇਹ ਬਿੱਲ ਤਾਂ ਪਾਸ ਹੋ ਗਿਆ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਪਾਰਟੀਆਂ ਸਾਥ ਦੇਣਗੀਆਂ, ਜਾਂ ਫਿਰ ਜਦੋਂ NDP ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਕਿ ਨਹੀਂ, ਪਿਛਲੀ ਵਾਰ ਤਰ੍ਹਾਂ ਅਸੀਂ ਸੌਖੀ ਤਰ੍ਹਾਂ ਦੇ ਨਾਲ ਸਾਥ ਨਹੀਂ ਦੇਣਾ, ਅਸੀਂ ਜਿਹੜੀ ਚੀਜ਼ ਕੈਨੇਡੀਅਨਸ ਦੇ ਹਿੱਤਾਂ ਦੇ ਵਿੱਚ ਨਹੀਂ ਹੋਊਗੀ ਅਸੀਂ ਉਹਨਾਂ ਤੇ ਬਿੱਲ ਦੇ ਉੱਤੇ ਵੋਟ ਨਹੀਂ ਪਾਵਾਂਗੇ, ਸਹਿਮਤੀ ਨਹੀਂ ਦੇਵਾਂਗੇ। ਤੁਹਾਨੂੰ ਕੀ ਲੱਗਦਾ ਪਿਛਲੀ ਵਾਰੀ ਦੀ ਤਰ੍ਹਾਂ NDP ਹੀ ਸਾਥ ਦਿੰਦੀ ਜਾਵੇਗੀ ਜਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕੰਜ਼ਰਵੇਟਿਵ ਵੀ ਸਾਥ ਦੇਣਗੇ? ਸੋ ਇਹ ਥੋੜਾ ਬਹੁਤ ਸੋਹਣਾ ਆਪਣੇ ਕੁਐਸਚਨ ਵੀ ਹੈ ਤੇ ਆਬਜ਼ਰਵੇਸ਼ਨ ਵੀ ਹੈ ਅਰਸ਼। ਸੋ ਜਿਹੜਾ ਇਹ ਸੀ ਆਪਣੇ 4 ਬਿੱਲ ਸੀਗਾ ਕਨਵਰਜਨ ਥੈਰੇਪੀ ਵਾਲਾ ਜਿਹੜਾ ਸੀਗਾ, ਇਹ ਯੂਨੈਨੀਮਸਲੀ ਪਾਸ ਹੋਇਆ। ਸੋ ਆਫਟਰ ਅ ਲੌਂਗ ਟਾਈਮ ਤਿੰਨੇ ਪਾਰਟੀਆਂ ਨੇ ਰਲ ਕੇ ਇਹਨੂੰ ਪਾਸ ਕੀਤਾ ਐਂਡ ਦੇ ਵਰ ਕੰਗ੍ਰੈਚੁਲੇਟਿੰਗ ਈਚ ਅਦਰ, ਵੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਸੀਗੇ। ਸੋ ਬੜਾ ਸੋਹਣਾ ਮਾਹੌਲ ਦੇਖਣ ਨੂੰ ਮਿਲਿਆ, ਕਿਉਂਕਿ ਜਦੋਂ ਪੋਲੀਟੀਸ਼ੀਅਨ ਪਾਰਟੀਆਂ ਰਲ ਮਿਲ ਕੇ ਕੈਨੇਡਾ ਦੇ ਹਿੱਤ ਦੇ ਵਿੱਚ ਕੋਈ ਡਿਸੀਜਨ ਬਣਾਉਂਦੀ ਹੈ ਉਹ ਕਾਫੀ ਸ਼ਲਾਘਾਯੋਗ ਹੁੰਦਾ ਹੈ, ਕਿਉਂਕਿ ਉਹ ਸਾਰਿਆਂ ਲਈ ਗੁੱਡ ਸੀਗਾ। ਸੋ ਹੈਵਿੰਗ ਸੈਡ ਦੈਟ, ਮੂਵਿੰਗ ਫਾਰਵਰਡ, ਜਿਵੇਂ ਤੁਸੀਂ ਕੁਐਸਚਨ ਪੁੱਛਿਆ ਆ, ਜਿਹੜੇ ਬਾਕੀ ਇਹਨਾਂ ਨੇ ਡਿਸੀਜਨ ਬਣਾਉਣੇ ਆ, ਨਾਟ ਨੈਸੈਸਰੀਲੀ ਵੀ ਦੂਜੀਆਂ ਪਾਰਟੀਆਂ ਇਸੇ ਤਰ੍ਹਾਂ ਹੁੰਗਾਰਾ ਭਰਨਗੀਆਂ, ਕਿਉਂਕਿ ਆਪਦੇ ਇਹਨਾਂ ਪਾਰਟੀਆਂ ਦੇ ਪਲੇਟਫਾਰਮ ਹੈਗੇ ਆ। ਸਾਰਿਆਂ ਨੂੰ ਨੇੜੇ ਪਾਰਟੀ ਆਉਂਦੀ ਹੈ NDP, ਲਿਬਰਲ ਦੀ ਫਿਲਾਸਫੀ ਦੇ, ਤੇ ਉਹ ਵੀ ਜਗਮੀਤ ਸਿੰਘ ਵਰਾਂ ਕੋਲੇ ਜਿਹੜਾ ਸਾਰਿਆਂ ਨਾਲੋਂ ਵੱਡਾ ਕਾਰਡ ਹੈ ਟੂ ਕੀਪ ਹਿਜ਼ ਲੀਡਰਸ਼ਿਪ ਐਂਡ ਕੀਪ ਇਨ ਦਾ ਲਾਈਮਲਾਈਟ। ਉਹਨਾਂ ਦਾ ਇਹ ਜਿਹੜਾ ਉਹਨਾਂ ਦੀ ਪਾਰਟੀ ਦਾ ਜਿਹੜਾ ਏਜੰਡਾ ਆ, ਜਿਹੜੇ ਆਮ ਆਦਮੀ ਦਾ ਖਿਆਲ ਰੱਖਣਾ, ਆਮ ਆਦਮੀ ਲਈ ਜਿਹੜੇ ਪਲਾਨਸ ਹੈਗੇ ਆ, ਜਿਵੇਂ ਤੁਸੀਂ ਆਪਣੇ ਯੂਨੀਵਰਸਲ
ਫਰਮਾ ਕੇਅਰ ਦੀ ਗੱਲ ਆ। ਸੋ ਇਦਾਂ ਦੇ ਮੁੱਦੇ ਆ, ਕਿਉਂਕਿ ਡੇ ਕੇਅਰ ਵਾਲਾ ਤਾਂ ਉਹ ਤਾਂ ਐਗਰੀ ਹੋ ਗਏ, ਲਿਬਰਲਸ ਹੋ ਗਏ ਐਂਡ NDP ਉਹਨਾਂ ਨਾਲ ਐਗਰੀ ਆ $10 ਜਿਹੜਾ ਡੇ ਕੇਅਰ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਆਮ ਜਾਂ ਲੋਅਰ ਇਨਕਮ ਪੀਪਲਾਂ ਦੇ ਜਿਹੜੇ ਏਜੰਡਾ ਹੈਗਾ ਉਹ NDP ਦਾ ਹੈਗਾ। ਸੋ ਉਹਨਾਂ ਨੇ ਉਹ ਨੈਗੋਸ਼ੀਏਟ ਕਰਕੇ ਤੇ ਫਿਰ ਉਹ ਮੇਰੇ ਖਿਆਲ ਨਹੀਂ ਅਰਸ਼ ਵੀ ਇੰਨਾ ਕੁ ਡਿਸੀਜਨ ਕੋਈ ਵੀ ਪਾਰਟੀ ਰੈਡੀ ਹੈਗੀ ਹੈ ਅਨਦਰ ਇਲੈਕਸ਼ਨ ਲਈ। ਸੋ ਗੌਰਮੈਂਟ ਡੇਗਣੀ ਆਈ ਡੋਂਟ ਥਿੰਕ ਇਨ ਅ ਨੀਅਰ ਫਿਊਚਰ, ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਆ ਇਹ ਪਾਰਟੀਆਂ ਦੇ ਪੈਸੇ ਮੁੱਕ ਜਾਂਦੇ ਆ, ਇਲੈਕਸ਼ਨ ਦੇ ਪੈਸੇ ਲੱਗ ਜਾਂਦੇ, ਦੈਟਸ ਦ ਰਿਐਲਿਟੀ। ਸੋ ਉਦੋਂ ਬਾਅਦ ਫਿਰ ਜਿਹੜਾ ਹੈਗਾ ਆ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਮਿਸਟਰ ਐਰਨ ਓਟੂਲ ਦੇ ਵੈਸੇ ਉਹਦੇ ਲੀਡਰਸ਼ਿਪ ਦਾ ਪੰਗਾ ਪਿਆ ਹੈ। ਦੇ ਆਰ ਨਾਟ 100% ਅਗਰੀ ਦੈਟ ਹੀ ਕੈਨ ਲੀਡ them ਟੂ a ਨੈਕਸਟ ਇਲੈਕਸ਼ਨ। ਸੋ ਜਿੰਨਾ ਚਿਰ ਉਹ ਕੰਟਰੋਵਰਸੀ ਡਾਈ ਡਾਊਨ ਨਹੀਂ ਹੁੰਦੀ, ਇਹ ਪਾਰਟੀਆਂ ਨੇ ਆਪਦੀ ਟਰਾਈ ਕਰਨੀ ਹੈ ਕਿ ਆਪਦਾ ਏਜੰਡਾ ਪੁਸ਼ ਕਰਨ ਦੀ। ਬਿਲਕੁਲ। ਇਸ ਦੇ ਨਾਲ ਤੁਸੀਂ ਕਿਹਾ ਕਿ ਹੁਣ ਰੀਸੈਂਟਲੀ ਜਿਹੜੀ ਅਪਡੇਟ ਆਉਣੀ ਹੈ ਉਹ ਬਜਟ ਦੀ ਆਉਣੀ ਹੈ December 14 ਨੂੰ। ਉਸ ਬਜਟ ਦੇ ਵਿੱਚ ਬੜਾ ਇੰਟਰਸਟਿੰਗ ਹੋਣਾ ਹੈ। ਹਾਲਾਂਕਿ ਕ੍ਰਿਸਟਾ ਫਰੀਲੈਂਡ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਹੈ ਐਂਡ ਡਿਪਟੀ ਪ੍ਰਾਈਮ ਮਿਨਿਸਟਰ ਵੈਰੀ ਕੈਪੇਬਲ ਵੈਰੀ ਬ੍ਰਾਈਟ ਮਤਲਬ ਮਿਨਿਸਟਰ ਹੈਗੇ ਆ, ਤੇ ਉਹਨਾਂ ਨੇ ਟਰਾਈ ਟੂ ਬੈਲੈਂਸ ਇਟ ਆਊਟ ਕਰਨਾ ਆ, ਕਿਉਂਕਿ ਜਿਹੜਾ ਆਪਣੇ ਖਰਚਾ ਸਰਕਾਰਾਂ ਦਾ ਹੋਇਆ ਆ ਤੇ ਜਿਹੜਾ ਹੁਣ ਅੱਗੇ ਦਿਖ ਰਿਹਾ, ਕਿਉਂਕਿ ਜੇ ਹੁਣ ਜਿਵੇਂ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜਿਹੜੀ BC 'ਚ ਫਲੱਡਿੰਗ ਹੀ ਹੈ that billions of dollars ਹੈ ਨਾ, ਉਹ ਜਿਹੜਾ ਹੈਗਾ ਐਂਡ ਡਿਊਰਿੰਗ ਕੋਵਿਡ ਜਿਹੜੇ ਇਹਨਾਂ ਨੇ ਲੋਕਾਂ ਨੂੰ ਹੈਲਪ ਦਿੱਤੀ ਸੀਗੀ। ਸੋ ਉਹ ਇਸ ਬਿਲੀਅਨਸ ਆਫ ਡਾਲਰ ਐਂਡ ਉਹਦੇ ਨਾਲ ਜਿਵੇਂ ਤੁਸੀਂ ਆਪਦੇ ਐਡੀਟੋਰੀਅਲ 'ਚ ਕਿਹਾ ਆ ਕਿ ਉਹਨਾਂ ਨੇ ਆਪਦੇ ਇਲੈਕਸ਼ਨ ਪਲੇਟਫਾਰਮ ਤੋਂ ਲਿਬਰਲਸ ਨੇ ਰਫਲੀ ਅਬਾਊਟ $78 ਬਿਲੀਅਨ ਦਾ ਜਿਹੜਾ ਇਹਨਾਂ ਨੇ ਇਨਫਰਾਸਟ੍ਰਕਚਰ ਤੇ ਬਾਕੀ ਖਰਚਿਆਂ ਦੀ ਗੱਲਬਾਤ ਕੀਤੀ ਸੀ। ਸੋ ਇਟ ਵਿਲ ਬੀ ਵੈਰੀ ਵੈਰੀ ਇੰਟਰਸਟਿੰਗ ਬਜਟ ਟੂ ਵਾਚ ਐਂਡ ਸੀ ਵੀ ਉਹਦੇ ਜਿਹੜੀ ਅਰਲੀ ਅਪਡੇਟ ਆ ਉਹ ਆਪਾਂ ਨੂੰ ਕਿਸ ਤਰ੍ਹਾਂ ਦੀ ਦਿੰਦੇ। ਬਿਲਕੁਲ ਸਿੱਧੂ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਮਿਨਿਸਟਰੀ ਚੁਣੀ ਹੈਗੀ ਹੈ ਲਿਬਰਲਸ ਦੇ ਵੱਲੋਂ। ਹੁਣ ਉਸ ਦੇ ਵੱਲੋਂ ਜਦੋਂ ਅਸੀਂ ਫਾਈਨੈਂਸ ਮਿਨਿਸਟਰ ਦੀ ਗੱਲ ਕਰ ਲੈਂਦੇ ਹਾਂ, ਉਪ ਪ੍ਰਧਾਨ ਮੰਤਰੀ ਦੀ ਗੱਲ ਕਰ ਲੈਂਦੇ ਹਾਂ ਕ੍ਰਿਸਟੀਆ ਫਰੀਲੈਂਡ, ਹੁਣ ਅਸੀਂ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਨੈਫਟਾ ਨੈਗੋਸੀਏਸ਼ਨ ਕੀਤੇ, ਕਿਸ ਤਰ੍ਹਾਂ ਦੇ ਨਾਲ ਅਮਰੀਕਾ ਦੇ ਨਾਲ ਉਹਨਾਂ ਨੇ ਨੈਗੋਸੀਏਸ਼ਨਸ ਕੀਤੀਆਂ। ਪਰ ਹੁਣ ਉਹਨਾਂ ਨੂੰ ਨਵੀਂ ਜੌਬ ਦੇ ਦਿੱਤੀ ਗਈ ਹੈ। ਜਿਹੜੀ ਨਵੀਂ ਜੌਬ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਦੀ, ਕਿ ਫਾਈਨੈਂਸਿਸ ਦੇਖਣੇ ਆ। ਹੁਣ ਜਦੋਂ ਲਿਬਰਲਸ ਦੀ ਗੱਲ ਆਉਂਦੀ ਹੈ ਨਾ, ਲਿਬਰਲਸ ਕਦੇ ਵੀ ਪ੍ਰੋਮਿਸ ਨਹੀਂ ਕਰਦੇ ਕਿ ਉਹ ਬੈਲੈਂਸ ਬਜਟ ਦੇ ਹੱਕ ਦੇ ਵਿੱਚ ਨੇ। ਹੁਣ ਹਮੇਸ਼ਾ ਹੀ ਡੈਫਿਸਿਟ ਦੇ ਵਿੱਚ ਸਰਕਾਰ ਰਹਿੰਦੀ ਹੈ। ਉਹ ਕਹਿੰਦੇ ਆ ਕਿ ਜਦੋਂ ਅਸੀਂ ਕੈਨੇਡੀਅਨਸ ਦੇ ਲਈ ਗੱਲ ਕਰਦੇ ਆ, ਉਹਨਾਂ ਦੇ ਲਈ ਅਸੀਂ ਕੰਮ ਕਰਨ ਦੀ ਗੱਲ ਕਰਦੇ ਆ, ਉਹਨਾਂ ਦੇ ਲਈ ਪੈਸੇ ਲਿਆਉਣ ਦੀ ਗੱਲ ਕਰਦੇ ਆ, ਤਾਂ ਅਸੀਂ ਆਪਣੇ ਲੈਵਲ ਦੇ ਉੱਤੇ, ਫੈਡਰਲ ਲੈਵਲ ਦੇ ਉੱਤੇ ਅਸੀਂ ਬੈਂਕਾਂ ਦੇ ਨਾਲ ਡੀਲ ਕਰਦੇ ਆ ਜੋ ਜਿੰਨਾ ਵੀ ਕੈਨੇਡੀਅਨਸ ਨੂੰ ਲੋੜ ਹੁੰਦੀ ਹੈ। ਹੁਣ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ $2000 ਜਿਹੜੀ ਆ ਹਰ ਕਿਸੇ ਨੂੰ ਜਿਹੜੇ ਘਰੇ ਬੈਠੇ ਸੀ ਉਹ ਦਿੱਤੇ ਗਏ ਆ। ਹੁਣ ਆਟੋਮੈਟਿਕਲੀ ਡੈਫਿਸਿਟ ਤਾਂ ਆਉਣਾ ਹੀ ਆਉਣਾ, ਪਰ ਨਾਲ ਹੁਣ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ 78 ਬਿਲੀਅਨ ਤੋਂ 100 ਬਿਲੀਅਨ ਤੱਕ ਜਿਹੜਾ ਉਹ ਹੋਰ ਇਕਨੋਮੀ ਦੇ ਵਿੱਚ ਲਾਇਆ ਜਾਊਗਾ ਤਾਂ ਕਿ ਇਕਨੋਮੀ ਹੋਰ ਬੈਟਰ ਹੋਵੇ, ਬੈਟਰ ਬਿਲਡ ਹੋਵੇ। ਹੁਣ ਉਹਦੇ ਲਈ ਇੰਨਾ ਪੈਸਾ ਜਿਹੜਾ ਆਉਣਾ ਉਹ ਕਿਵੇਂ ਆਉਣਾ, ਕਿਸ ਤਰ੍ਹਾਂ ਦੇ ਨਾਲ ਆਉਣਾ, ਕਿਉਂਕਿ ਮਹਿੰਗਾਈ ਆਲਰੇਡੀ ਵੱਧ ਰਹੀ ਹੈ। ਅਸੀਂ ਜਦੋਂ ਮਹਿੰਗਾਈ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ, ਮਾਰਕੀਟ ਦੇ ਵਿੱਚ ਵੀ ਦੇਖਿਆ ਹੋਣਾ, ਆਮ ਜਿਹੜੇ ਲੋਕ ਗਰੋਸਰੀ ਸ਼ਾਪ ਕਰਨ ਜਾਂਦੇ ਆ ਉਹਨਾਂ ਨੇ ਵੀ ਦੇਖਿਆ ਆ। ਹੁਣ ਹਰ ਜਗ੍ਹਾ ਦੇ ਉੱਤੇ, ਚਾਹੇ ਉਹ ਰੀਅਲ ਸਟੇਟ ਮਾਰਕੀਟ ਹੈ, ਚਾਹੇ ਘਰਾਂ ਦੀਆਂ ਪ੍ਰਾਈਸ ਨੂੰ ਲੈ ਕੇ ਦੇਖ ਲਓ, ਤੇ ਚਾਹੇ ਉਹ ਆਮ ਗਰੋਸਰੀ ਸ਼ਾਪਿੰਗ ਦੀ ਲਿਸਟ 'ਚ ਦੇਖ ਲਓ, ਹਰ ਕਿਤੇ ਮਹਿੰਗਾਈ ਹੈ। ਪਰ ਪੇ ਸਕੇਲ ਦੀ ਜਦੋਂ ਗੱਲ ਆਉਂਦੀ ਹੈ, ਪੇ ਸਕੇਲ ਉਨਾ ਹੀ ਹੈ, ਚਾਹੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ, ਉਹ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਆ ਕਿ ਉਹ ਮਿਨੀਮਮ ਵੇਜ ਕਿੰਨੀ ਰੱਖਦੇ ਆ, ਕਿੰਨੀ ਵਧਾਉਂਦੇ ਆ। ਪਰ ਜੇ ਵਧਾਉਂਦੇ ਆ, ਕੀ ਬਿਜ਼ਨੈਸਿਸ ਤੱਕ ਬੈਨੀਫਿਟ ਹੈਗੇ ਨੇ? ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਇਕਨੋਮੀ ਦੇ ਵਿੱਚ ਇੰਟਰਰਿਲੇਟ ਕਰਦੀਆਂ ਨੇ। ਪਰ 14 ਦਸੰਬਰ ਨੂੰ ਹੁਣ ਬਜਟ ਆਉਣਾ, ਹੁਣ ਬਜਟ ਦਾ ਡੈਫਿਸਿਟ ਕਿੰਨਾ ਆਉਣਾ, ਦੂਜੀਆਂ ਵਿਰੋਧੀ ਪਾਰਟੀਆਂ ਕੀ ਐਕਸ਼ਨ ਲੈਂਦੀਆਂ ਨੇ, ਇਹ 14 ਤਰੀਕ ਦੱਸੇਗੀ ਕਿ 14 ਤਰੀਕ ਕੀ ਹੋਣੀ ਆ। ਪਰ ਨਾਲ ਇਕਨੋਮੀ ਬੈਕ ਉਦੋਂ ਆਉਣੀ ਆ ਜਦੋਂ ਨੌਕਰੀਆਂ ਬਿਲਡ ਹੋਣਗੀਆਂ, ਜਦੋਂ ਆਵਾਜਾਈ ਚੱਲੂਗੀ। ਹੁਣ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਆਉਂਦੇ ਨੇ, ਵਿਜ਼ਿਟਰ ਆਉਂਦੇ ਨੇ, ਇਕਨੋਮੀ ਜਿਹੜੀ ਆ ਉਹ ਉਹਨਾਂ ਦੇ ਨਾਲ ਚੱਲਦੀ ਹੈ, ਮਜ਼ਬੂਤ ਚੱਲਦੀ ਹੈ ਉਹਨਾਂ ਦੇ ਨਾਲ। ਹੁਣ ਇੱਕ ਹਿਸਾਬ ਦੇ ਨਾਲ ਜੇ ਸਟੂਡੈਂਟ ਆਉਣੇ ਬੰਦ ਹੋ ਜਾਣ, ਜੇ ਮੈਂ ਇੱਕ ਐਗਜ਼ਾਮਪਲ ਰੱਖਾਂ, ਸਿਰਫ ਇਹ ਨਹੀਂ ਇਕੱਲੇ ਸਟੂਡੈਂਟ, ਪਰ ਇੱਕ ਐਗਜ਼ਾਮਪਲ ਹੈ ਕਿ ਜੇ ਇਕੱਲੇ ਸਟੂਡੈਂਟ ਆਉਣੇ ਬੰਦ ਹੋ ਜਾਣ, ਕਿਸੇ ਵੀ ਕੰਟਰੀ ਤੋਂ ਆਉਣੇ ਬੰਦ ਹੋ ਜਾਣ, ਪਰ ਇਹ ਜਿਹੜਾ ਸਿਸਟਮ ਹੈ ਇਹ ਕੋਲੈਪਸ ਹੋ ਜਾਏਗਾ ਇੱਕ ਤਰ੍ਹਾਂ ਦੇ ਨਾਲ। ਪਰ ਇਹ ਹੈ ਕਿ ਉਹ ਵੀ ਆਉਣੇ ਜ਼ਰੂਰੀ ਨੇ, ਜਿਹੜੇ ਮਜ਼ਦੂਰ ਨੇ, ਕੰਮ ਕਰਨ ਵਾਲੇ ਨੇ, ਉਹ ਵੀ ਆਉਣੇ ਜ਼ਰੂਰੀ ਨੇ। ਪਰ ਉਹ ਹੁਣ ਕਿਸੇ ਕਾਰਨ ਕਰਕੇ, ਕਿਉਂਕਿ ਕਈਆਂ ਦੇ ਵੈਕਸੀਨੇਸ਼ਨ ਨਹੀਂ ਲੱਗੀ ਹੁੰਦੀ, ਕਈ ਡਬਲ ਵੈਕਸੀਨੇਟਡ ਨਹੀਂ ਹੈਗੇ, ਕਈ ਵੈਕਸੀਨੇਸ਼ਨ ਜਿਹੜੀਆਂ ਨੇ ਉਹ ਕੈਨੇਡਾ ਵਿੱਚ ਅਪਰੂਵ ਨਹੀਂ ਹੈਗੀਆਂ, ਇਸੇ ਕਰਕੇ ਬਹੁਤ ਸਾਰੇ ਵਰਕਰਸ ਨਹੀਂ ਆ ਰਹੇ। ਹੁਣ ਤੁਸੀਂ ਦੇਖਿਆ ਹੋਣਾ ਕਿ ਕਈ ਲੋਕ ਹੁਣ
ਕਹਿ ਰਹੇ ਨੇ ਕਿ ਅਸੀਂ $30 ਪਰ ਆਵਰ ਦੇ ਉੱਤੇ ਕੰਮ ਕਰਾਂਗੇ, ਆਪਣੀਆਂ ਸ਼ਰਤਾਂ ਰੱਖ ਰਹੇ ਨੇ। ਹੁਣ ਕਈ ਬਿਜ਼ਨਸ ਜਿਹੜੇ ਨੇ ਉਹ ਸਿਰਫ ਡਿਸ਼ਵਾਸ਼ਰ, ਅਸੀਂ BC ਦੇ ਵਿੱਚ ਵੀ ਦੇਖਿਆ ਕਿ ਡਿਸ਼ਵਾਸ਼ਰ ਦੇ ਲਈ ਲੱਖ ਡਾਲਰ ਜਿਹੜਾ ਸਾਲ ਦਾ ਦੇਣ ਨੂੰ ਤਿਆਰ ਹੈਗੇ ਨੇ। ਸੋ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ। ਪਰ ਹੁਣ ਸਟੈਟਕੈਨ ਕਹਿੰਦਾ ਕਿ 1,54,000 ਨੌਕਰੀਆਂ ਜਿਹੜੀਆਂ ਨਵੀਆਂ ਕੈਨੇਡਾ ਦੀ ਇਕਨੋਮੀ ਦੇ ਵਿੱਚ ਆਈਆਂ, ਜਿਹਦੇ ਵਿੱਚ BC ਦੇ ਵਿੱਚ ਮੇਰੇ ਖਿਆਲ ਨਾਲ 45,000 ਨੌਕਰੀਆਂ ਜਿਹੜੀਆਂ ਉਹ ਇਕੱਲੇ BC ਦੇ ਵਿੱਚ ਨੇ। ਹੁਣ ਨੌਕਰੀਆਂ ਤਾਂ ਪੈਦਾ ਹੋ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਇਸੇ ਤਰ੍ਹਾਂ ਜੇ ਨੌਕਰੀਆਂ ਆਉਂਦੀਆਂ ਗਈਆਂ ਤਾਂ ਇਕਨੋਮੀ ਦੁਬਾਰਾ ਟਰੈਕ ਦੇ ਉੱਤੇ ਆ ਜਾਊਗੀ? ਸੋ ਅਰਸ਼, ਇਹ ਕਾਫੀ ਤੁਸੀਂ ਮਤਲਬ ਇਟਸ ਅ ਲੌਂਗ ਕੁਐਸਚਨ ਬਟ ਆਈ ਵਿਲ ਗੋ ਵਨ ਬਾਈ ਵਨ। ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਬਜਟ ਦੀ। ਸੋ ਜਿਹੜਾ ਬਜਟ ਹੈਗਾ ਆ, ਇਟਸ ਅ ਵੈਰੀ ਕੰਪਲੀਕੇਟਡ ਡਾਕੂਮੈਂਟ, ਹਾਂਜੀ। ਅਤੇ ਉਹਦੇ ਜਿਹੜੇ ਸਿੰਪਲੀਫਾਈਡ ਆਪਣੇ ਜਿਹੜੇ ਵਿਊਅਰਸ ਹੈ ਉਹਨਾਂ ਦੀ ਲਈ ਤੁਸੀਂ ਜਿਵੇਂ ਘਾਟੇ ਦਾ ਬਜਟ ਕਿਹਾ। ਸੋ ਜਦੋਂ ਆਪਣੇ ਕੋਵਿਡ ਦੇ ਵਿੱਚ ਇੰਨੀ ਭੀੜ ਪਈ ਸੀ ਕੰਟਰੀ ਦੇ ਵਿੱਚ, ਸੋ ਸਰਕਾਰਾਂ ਨੂੰ ਉਹਦਾ ਸੋਲੂਸ਼ਨ ਕੱਢਣ ਲਈ, ਜਿਵੇਂ ਤੁਸੀਂ ਕਿਹਾ ਕਿ ਉਹ ਬੈਨੀਫਿਟਸ ਜਿਹੜੇ ਦਿੱਤੇ 2000 ਜਾਂ ਮਤਲਬ ਬਿਜ਼ਨੈਸਿਸ ਬੰਦ ਹੋਏ, ਲੋਕਾਂ ਨੂੰ ਨੁਕਸਾਨ ਜਿਹੜੇ ਹੋਏ, ਸੋ ਉਹਦੇ ਵਿੱਚ ਫਿਰ ਗੌਰਮੈਂਟਸ ਕੀ ਕਰਦੀਆਂ, ਉਹਨਾਂ ਕੋਲੇ ਮਨੀ ਰੇਜ਼ ਕਰਨ ਦੀ ਪਾਵਰ ਮਤਲਬ ਕਾਫੀ ਹੁੰਦੀ ਹੈ। ਉਹ ਬੈਂਕਾਂ ਨਾਲ ਵੀ ਡੀਲ ਕਰਦੇ ਆ ਐਂਡ ਆਪਣੇ ਇੰਟਰਸਟ ਰੇਟ ਲੋ ਹੋਣ ਕਰਕੇ ਸੋ ਜਿਹੜੀ ਬਜਟ ਨੂੰ, ਘਾਟੇ ਦੇ ਬਜਟ ਨੂੰ ਜਿਹੜੀ ਆਪਾਂ ਫਾਈਨੈਂਸ ਕਰੀਦਾ, ਉਹ ਕਾਸਟ ਥੋੜ੍ਹੀ ਜਿਹੀ ਗੌਰਮੈਂਟਾਂ ਦੀ ਲੋ ਹੋ ਜਾਂਦੀ ਹੈ। ਪਰ ਉਸ ਦੇ ਨਾਲ ਜਿਹੜੇ ਇਹਦੇ ਰਿਪਲ ਇਫੈਕਟ ਜਿਹੜੇ ਹੈਗੇ, ਹੁਣ ਜਿਵੇਂ ਤੁਸੀਂ ਕਿਹਾ ਕਿ 78 ਬਿਲੀਅਨ ਤਾਂ ਉਹਨਾਂ ਨੇ ਜਿਹੜੇ ਪ੍ਰੋਮਿਸਿਸ ਕੀਤੇ ਹੈ, ਮੇ ਬੀ 100 ਬਿਲੀਅਨ ਸਪੈਂਡ ਕਰਨਾ ਪਵੇ। ਸੋ ਜਦੋਂ ਇਨਫਰਾਸਟਰਕਚਰ ਬਣਾਈ ਦੀ ਹੈ ਅਰਸ਼, ਉਹ ਆਪਾਂ ਇਕੱਲਾ ਖਰਚਾ ਨਹੀਂ ਦੇਖਣਾ ਹੈਗਾ। ਉਹ ਜਦੋਂ ਇਹਨਾਂ ਨੇ ਮਨੀ ਸਪੈਂਡ ਕਰਨੀ ਹੈ, ਮੰਨ ਲਓ ਚਲੋ ਆਪਾਂ ਨੇੜੇ ਐਗਜ਼ਾਮਪਲ ਲੈ ਜਾਂਦੇ, ਸਕਾਈ ਟ੍ਰੇਨ ਬਣਨੀ, ਉਹਦੇ ਨਾਲ ਜਿਹੜੀ ਹੈਗੀ ਆ ਇੰਪਲੋਇਮੈਂਟ ਕ੍ਰੀਏਟ ਹੋਣਾ ਆ, ਉੱਥੇ ਇਨਫਰਾਸਟਰਕਚਰ ਬਣਨੀ ਆ, ਬਿਜ਼ਨਸ ਉਹਦੇ ਆਲੇ ਦੁਆਲੇ ਖੁੱਲ੍ਹਣੇ ਆ, ਰੈਜ਼ੀਡੈਂਸਿਸ ਉਹਦੇ ਆਲੇ ਦੁਆਲੇ ਬਣਨੇ ਆ। ਸੋ ਇੱਕ ਪਾਸੇ ਐਕਸਪੈਂਸ ਹੋ ਰਿਹਾ, ਦੂਜੇ ਪਾਸੇ ਰੈਵਨਿਊ ਜਨਰੇਟ ਹੋ ਰਿਹਾ, ਕਿਉਂਕਿ ਇਹ ਗੋਜ਼ ਹੈਂਡ ਇਨ ਹੈਂਡ। one side government is spending and another side their revenue increases by all these. More people will work, income goes high, you said, they pay higher taxes. So ਇਹ ਜਿਹੜੀਆਂ ਚੀਜ਼ਾਂ ਇੰਟਰ ਰਿਲੇਟਡ ਹੈਗੀਆਂ ਇਕਨੋਮਿਕਸ ਦੇ ਹਿਸਾਬ ਨਾਲ। ਸੋ ਇਹ ਗੌਰਮੈਂਟਾਂ ਜਿਹੜੀਆਂ ਹੈਗੀਆਂ ਉਹਨੂੰ ਸਸਟੇਨ ਕਰ ਸਕਦੀਆਂ, ਬਿਕਾਜ਼ ਇਵੈਂਚੁਅਲੀ ਜਦੋਂ ਥਿੰਗਸ ਕਾਮ ਡਾਊਨ ਐਂਡ ਨੋਰਮਲਾਈਜ਼, ਐਂਡ ਆਈ ਡੋਂਟ ਨੋ ਵੈਨ, ਬਿਕਾਜ਼ ਜਿਹੜਾ ਹੁਣ ਆਪਾਂ ਗੱਲ ਕਰਾਂਗੇ ਓਮਿਕਰੋਨ, ਹੁਣ ਜਿਹੜਾ ਨਵਾਂ ਵਾਇਰਸ ਆ ਗਿਆ, ਉਧਰੋਂ ਆਪਣੇ ਇੱਧਰ ਫਲੱਡਿੰਗ ਹੋ ਗਈ ਹੈ। ਤਾਂ ਨੋਰਮਲ ਕੰਡੀਸ਼ਨਸ ਦੇ ਵਿੱਚ ਫਿਰ ਸਰਕਾਰਾਂ ਦੇ ਇਹ ਆਲਵੇਜ਼ ਸੋਚਦੇ ਆ ਕਿ ਬੈਲੈਂਸ ਬਜਟ ਹੋਇਆ ਜਾਵੇ। ਪਰ ਰਾਈਟ ਨਾਓ ਆਈ ਡੋਂਟ ਥਿੰਕ ਇਨ ਏ ਨੀਅਰ ਫਿਊਚਰ ਜਿਹੜਾ ਹੈਗਾ ਉਹਨੂੰ ਬੈਲੈਂਸ ਆਪਾਂ ਨੂੰ ਦਿਖਦਾ ਆ। ਐਂਡ ਜਦੋਂ ਘਾਟੇ ਦਾ ਬਜਟ ਹੁੰਦਾ ਆ, ਆਪਾਂ ਆਲਵੇਜ਼ ਜਦੋਂ ਐਜ਼ ਏ ਇਕਨੋਮਿਸਟ ਤੁਸੀਂ ਜਦੋਂ ਗੱਲ ਕਰਦੇ ਆ, ਉਹ ਜਿਹੜਾ ਫਿਰ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਆ, ਇਹ ਤਾਂ ਬਿੱਲ ਤਾਂ ਪੇ ਕਰਨੇ ਕਿਸੇ ਨਾ ਕਿਸੇ ਨੇ, ਕਿਉਂਕਿ ਗੌਰਮੈਂਟ ਜਦੋਂ ਘਾਟੇ ਦੇ ਬਜਟ 'ਚ ਹੁੰਦੀ ਆ ਉਹ ਆਪਣੇ ਤੇ ਆ ਬੋਝ ਉਹਦਾ, ਬਿਕਾਜ਼ ਦੇ ਡੋਂਟ ਹੈਵ ਅ ਮਨੀ, ਦੇ ਆਪਣੇ ਟੈਕਸ ਪੇਅਰਸ pays the money, either fees, government programs, whatever, we pay for that. So ਜੇ ਆਪਾਂ ਉਹਦੀ ਟੇਕ ਕੇਅਰ ਨਹੀਂ ਕਰਦੇ, ਇਵੈਂਚੁਅਲੀ ਇਟ ਵਿਲ ਬੀ ਬੈਟਰ ਟੂ ਹੈਵ ਅ ਬੈਲੈਂਸ ਬਜਟ, ਬਿਕਾਜ਼ ਉਹ ਜਿਹੜਾ ਘਾਟੇ ਦਾ ਬਜਟ ਹੈਗਾ ਉਹ ਆਪਾਂ ਆਉਣ ਵਾਲੀਆਂ ਜਨਰੇਸ਼ਨ ਦੇ ਉੱਤੇ ਬੋਝ ਛੱਡ ਕੇ ਜਾਂਦੇ ਹਾਂ। ਸੋ ਗੌਰਮੈਂਟ ਹੈਵ ਟੂ ਬੀ ਅ ਗੁੱਡ ਸਟੂਅਰਡ ਆਫ ਆਵਰ ਮਨੀ, ਦੇ ਹੈਵ ਟੂ ਰੀਅਲੀ ਵਾਚ where they are spending that money. ਇਹ ਨਹੀਂ ਡਰੰਕਨ ਸੇਲਰ ਵਾਂਗੂ ਵੀ ਖੁੱਲੀ ਛੁੱਟੀ ਜਿੱਧਰ ਮਰਜ਼ੀ ਸਪੈਂਡ ਕਰੀ ਜਾਓ। ਇਹ they have to budget it out, they vetted the process, they're very lengthy process. ਸੋ ਉਹ ਦੇਖ ਕੇ ਉਹਨਾਂ ਨੇ ਦੇਖਣਾ ਹੈ ਕਿ ਇੱਕ ਪਾਸੇ ਖਰਚਾ ਆ, ਦੂਜੇ ਪਾਸੇ ਰੈਵਨਿਊ ਜਨਰੇਟ ਹੈ, ਕਿਉਂਕਿ ਇਕੋਨਮੀ ਜਿਹੜੀ ਹੈਗੀ ਹੈ ਉਹਨੂੰ ਆਪਾਂ ਨੂੰ ਸਸਟੇਨ ਕਰਨ ਲਈ ਉਹਨੂੰ ਫਿਊਲ ਕਰਨਾ ਪੈਣਾ ਆ। ਹੁਣ ਥੋੜ੍ਹੀ ਮੈਂ ਗੱਲ 'ਤੇ ਆਉਂਦਾ ਆ, ਜਿਹੜੇ ਸਟੂਡੈਂਟਸ ਜਾਂ ਜਿਹੜੇ ਹੈ, ਜੋ ਕੈਨੇਡਾ ਇਜ਼ ਡਿਪੈਂਡੈਂਟ ਔਨ ਦਾ ਇਮੀਗ੍ਰੈਂਟਸ, ਕਿਉਂਕਿ ਇੱਥੇ ਜਿਹੜੇ ਆਪਣਾ ਬਰਥ ਰੇਟ ਹੈ ਉਹ ਬਹੁਤ ਲੋ ਹੈ, ਬਰਥ ਰੇਟ ਇਜ਼ ਲੋ। ਬੇਬੀ ਬੂਮਰਸ ਜਿਹੜੇ ਹੈਗੇ ਆ ਸੀਨੀਅਰਸ, ਦੇ ਆਰ ਰਿਟਾਇਰਿੰਗ ਔਰ ਦੇ ਆਰ ਕਲੋਜ਼ ਟੂ ਬੀ ਰਿਟਾਇਰਡ। ਸੋ ਉਧਰੋਂ ਐਂਡ ਦਾ ਬਰਥ ਰੇਟ ਲੋ ਹੈ, ਸੋ ਜਿਹੜੀ ਵਰਕਿੰਗ ਪਾਪੂਲੇਸ਼ਨ ਹੈ ਉਹ ਘਟ ਜਾਂਦੀ ਹੈ ਆਪਣੀ। ਉਹਨੂੰ ਕਰਨ ਲਈ ਆਪਾਂ ਨੂੰ ਡਿਪੈਂਡੈਂਸੀ ਹੁੰਦੀ ਹੈ ਇਮੀਗ੍ਰੇਸ਼ਨ 'ਤੇ ਜਾਂ ਸਟੂਡੈਂਟਸ 'ਤੇ। ਹੁਣ ਜੇ ਆਪਾਂ ਦੇਖੀਏ, ਜਿਵੇਂ ਤੁਸੀਂ ਕਿਹਾ ਕਿ ਕਾਫੀ ਸ਼ੋਰਟੇਜ ਹੈਗੀ ਹੈ ਵਰਕਸ, ਆਈ ਥਿੰਕ ਆਫਟਰ ਨੰਬਰ ਆਫ ਈਅਰਸ ਆਈ ਸੀਨ ਦੈਟ ਜਿੱਥੇ ਵੀ ਜਾਓ ਹੈਲਪ ਵਾਂਟਿਡ ਐਂਡ ਯੂ ਨੋ ਸਿੰਪਲ ਜੋਬਾਂ ਜਿਹੜੀਆਂ ਮੀਡੀਓਕਰ ਜੋਬਾਂ ਆ, ਉਹਦੇ ਲਈ ਵੀ ਆਈ ਡੋਂਟ ਥਿੰਕ ਐਨੀਬਡੀ ਇਜ਼ ਪੇਡ ਲੈਸ ਦੈਨ $20 ਐਨੀ ਮੋਰ, ਕਿਉਂਕਿ
ਇੱਕ ਜਗ੍ਹਾ ਜੇ ਛੱਡਦੇ ਆ ਤੇ ਦੂਜੀ ਜਗ੍ਹਾ ਉਹਨਾਂ ਨੂੰ ਜੌਬ ਤਿਆਰ ਹੁੰਦੀ ਹੈ। ਸੋ ਇਹ ਜਿਹੜਾ ਹੈਗਾ ਆ ਇਹ ਡਿਪੈਂਡ ਕਰੂਗਾ। ਹੁਣ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਪ੍ਰੋਸੈਸ ਉਹ ਵੀ ਮਤਲਬ 100% ਫੂਲ ਪ੍ਰੂਫ ਨਹੀਂ ਹੈਗੀ ਕਿਉਂਕਿ ਤੇ ਬੈਕਲੌਗ ਬਹੁਤ ਜ਼ਿਆਦਾ ਹੈ। ਬਿਲਕੁਲ ਇੱਕ ਇਹ ਹੋ ਗਿਆ। ਫਿਰ ਦੂਸਰਾ ਜਿਹੜੀ ਟਰੈਵਲ ਰਿਸਟ੍ਰਿਕਸ਼ਨ ਹੈ ਜਿਵੇਂ ਤੁਸੀਂ ਕਿਹਾ ਹੈ, ਮਤਲਬ ਇਸ ਮੈਨੀ ਫੋਲਡ ਜਿਹੜੇ ਚੈਲੰਜਸ ਹੈਗੇ ਬਿਕੋਜ਼ ਆਫ ਕੋਵਿਡ। ਸੋ ਉਹਦੇ 'ਚ ਜਦੋਂ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਐਂਡ ਟਰੈਵਲ ਰਿਸਟ੍ਰਿਕਸ਼ਨ ਕਰਕੇ ਜਿਹੜੇ 에ਅਰਫੇਅਰ ਬਹੁਤ ਜ਼ਿਆਦਾ ਹੈ ਐਂਡ 에ਅਰਫੇਅਰ ਜ਼ਿਆਦਾ ਹੁਣ $3,500 $3,000 ਰਿਟਰਨ ਟਿਕਟ ਇੰਡੀਆ ਔਰ ਹੇਅਰ ਟੂ ਇੰਡੀਆ ਮਤਲਬ somebody was telling me is $2,100 to $2,800 ਜਿਹੜੀ ਟਿਕਟ ਹੈ ਜਿਹੜੀ 14-1500 ਦੀ ਹੁੰਦੀ ਸੀ। ਸੋ what that does in an economy it increases the inflation। ਇਨਫਲੇਸ਼ਨ ਜਿਹੜੀ ਚੀਜ਼ ਹੈਗੀ ਜਿਵੇਂ ਤੁਸੀਂ ਕਿਹਾ ਕਿ ਪ੍ਰਾਈਸਿਸ ਹੈਗੀਆਂ ਮੀਟ ਦੀ ਪ੍ਰਾਈਸਿਸ ਲੈ ਲਓ ਆਪਣੇ ਵੈਜੀਟੇਬਲਸ ਦੀ ਲੈ ਲਓ। ਸੋ ਇਹ ਜਿਹੜੀਆਂ ਪ੍ਰਾਈਸਿਸ ਇਨਕਰੀਜ਼ ਹੁੰਦੀਆਂ। ਦੂਜੇ ਪਾਸੇ ਜਿਹੜਾ ਹੋਰ ਡਿਲੇਮਾ ਕ੍ਰੀਏਟ ਹੋਇਆ ਸਪਲਾਈ ਚੇਨ ਕਰਕੇ ਜਿਹੜੇ ਆਪਣੇ ਗੁੱਡਸ ਜਾਂ ਸਰਵਿਸਿਜ਼ ਜਿਹੜੀਆਂ ਬਾਹਰੋਂ ਆ ਰਹੀਆਂ ਉਹਨਾਂ 'ਤੇ ਜਿਹੜਾ ਹੈਗਾ ਆ ਆਪਣੇ ਇਫ ਯੂ ਥਿੰਕ ਅਬਾਊਟ ਚਾਈਨਾ ਤੋਂ ਇੰਡੀਆ ਤੋਂ ਜਿਹੜਾ ਵੀ ਆ ਰਿਹਾ ਦਾ ਕਾਸਟ ਆਫ ਕੰਟੇਨਰਸ in our even in Vancouver gone 3 to 4 times। yes so what happens ਜਦੋਂ ਉਹਦੀ 3-4 ਗੁਣਾ ਹੋਣੀ ਹੈ ਬਿਜ਼ਨਸਮੈਨ ਨੇ ਜਦੋਂ ਸਮਾਨ ਲੈ ਕੇ ਆਉਣਾ where the cost will pass on to you and me our consumer। so it's a kind of I don't think we have to worry about too much। we live in a very wealthy country। it's a rich country but there is a pressure the people especially on a limited income and people who are retired and they own a limited income yes it's a lot of pressure on them and ਆਪਾਂ ਕ੍ਰਿਸਮਸ ਦੀ ਵੀ ਗੱਲ ਕਰਾਂਗੇ ਗਿਫਟਸ ਦੀ ਗੱਲ ਕਰਾਂਗੇ ਕਿਉਂਕਿ ਗੱਲ ਇਹ ਹੈਗਾ ਕਿ ਤੁਸੀਂ ਯੂ ਹੈਵ ਟੂ ਮੇਕ ਏ ਹਾਰਡ ਚੋਇਸਿਸ ਹੈ ਨਾ। ਸਿੱਧੂ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ ਇਹ ਆਲਵੇਜ਼ ਵਰਕ ਕਰਦਾ ਅਸੀਂ ਇਕਨੋਮਿਕਸ ਸਾਰਿਆਂ ਨੇ ਪੜ੍ਹੀ ਆ ਜਿਹਦੇ ਵਿੱਚ ਕਹਿੰਦੇ ਡਿਮਾਂਡ ਤੇ ਸਪਲਾਈ ਦਾ ਸਾਰਾ ਰੌਲਾ ਆ। ਹੁਣ ਜਿੰਨੀ ਡਿਮਾਂਡ ਵੱਧਦੀ ਆ ਸਪਲਾਈ ਜੇ ਘੱਟ ਆਉਂਦੀ ਆ ਤਾਂ ਪ੍ਰਾਈਸਿਸ ਅਪ ਹੋ ਜਾਂਦੀਆਂ ਨੇ। ਹੁਣ ਪ੍ਰਾਈਸਿਸ ਅਪ ਹੋਈਆਂ ਤਾਂ ਪ੍ਰਾਈਸਿਸ ਕਿਹਨੇ ਭਰਨੀਆਂ ਅਸੀਂ ਤੁਸੀਂ ਭਰਨੀਆਂ। ਹੁਣ ਤਾਂ ਹੀ ਉਹ ਕਿਹਾ ਕਿ ਮੇਕ ਕੈਨੇਡਾ ਦੀਆਂ ਪਾਲਿਸੀ ਜਿਹੜੀ ਲਿਆਂਦੀ ਜਾਵੇ ਕੈਨੇਡਾ ਦੇ ਵਿੱਚ ਚੀਜ਼ਾਂ ਬਣਾਈਆਂ ਜਾਣ ਜ਼ਿਆਦਾ ਇੰਡਸਟਰੀਜ਼ ਲਗਾਈਆਂ ਜਾਣ ਪਰ ਥੋੜ੍ਹੇ ਬਹੁਤ ਕੈਨੇਡਾ ਜਿਹੜੀ ਆ ਉਹ ਵਾਤਾਵਰਨ ਵਾਲੇ ਪਾਸੇ ਵੀ ਖਿਆਲ ਰੱਖ ਲੈਂਦੀ ਹੈ। ਹੁਣ ਕੈਨੇਡਾ ਜਿਹੜਾ ਹੈ ਉਹ ਜਦੋਂ ਨਵੀਆਂ ਕੰਪਨੀਆਂ ਦੀ ਨਵੀਆਂ ਇੰਡਸਟਰੀਜ਼ ਦੀ ਗੱਲ ਆਉਂਦੀ ਹੈ ਤਾਂ ਫਿਰ ਥੋੜਾ ਜਿਹਾ ਵਾਤਾਵਰਨ ਦੇ ਨਾਲ ਥੋੜਾ ਰੌਲਾ ਹੋ ਜਾਂਦਾ ਹੈ। ਸੋ ਇਹ ਹੈ ਕਿ ਬੈਲੈਂਸ ਸਾਰੀਆਂ ਚੀਜ਼ਾਂ ਬਣਾ ਕੇ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਸਹੀ ਗੱਲ ਹੈ ਕਿ ਨਾਲ ਦੀ ਜਿਹੜੇ ਚਾਈਨਾ ਦੇ ਨਾਲ ਰਿਲੇਸ਼ਨ ਹੈਗੇ ਨੇ ਅਮਰੀਕਾ ਦੇ ਨਾਲ ਰਿਲੇਸ਼ਨ ਹੈਗੇ ਨੇ ਕਿਉਂਕਿ ਹੁਣ ਅਮਰੀਕਾ ਵੀ ਕਹਿ ਰਿਹਾ ਸੀਗਾ ਕਿ ਅਸੀਂ ਜਿਹੜਾ ਆ ਆਪਣਾ ਉਹਨਾਂ ਨੇ ਵੀ ਬਾਏ ਅਮਰੀਕਾ ਦਾ ਲਾਗੂ ਕਰਨਾ ਸੀ। ਹੁਣ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ। ਹੁਣ ਜਿਸ ਦਿਨ BC ਦੇ ਵਿੱਚ ਹੜ੍ਹ ਆਏ ਆ ਉਸ ਦਿਨ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਸੀਗੇ ਵਾਸ਼ਿੰਗਟਨ ਪਹੁੰਚੇ ਹੋਏ ਸੀ ਜੋ ਬਾਈਡਨ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਟਰ ਕਰਦੀਆਂ ਨੇ ਕਿਸੇ ਵੀ ਦੇਸ਼ ਦੀ ਇਕਨੋਮੀ ਦੇ ਵਿੱਚ ਕਿ ਕਿਸੇ ਦੀ ਇਕਨੋਮੀ ਜਿਹੜੀ ਬੂਮ ਕਰਦੀ ਹੈ ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀਗਾ ਕਿ ਕੋਵਿਡ ਆ ਜਾਏਗਾ। ਹੁਣ ਕੋਵਿਡ ਤੋਂ ਸਾਰੇ ਆਪਦਾ ਛੁਟਕਾਰਾ ਆਪਦੇ ਪਾਸੇ ਹੋਣ ਦੀ ਕੋਸ਼ਿਸ਼ ਤਾਂ ਕਰ ਰਹੇ ਸੀ ਉਹਦੇ ਵਿੱਚੋਂ ਹੁਣ ਨਵੇਂ ਵੇਰੀਐਂਟ ਆਉਣ ਲੱਗ ਗਿਆ। ਡੈਲਟਾ ਵੇਰੀਐਂਟ ਨਾਲ ਡੀਲ ਕਰਦੇ ਪਏ ਸੀ ਹੁਣ ਓਮਿਕਰੋਨ ਵੇਰੀਐਂਟ ਆ ਗਿਆ। ਹੁਣ ਓਮਿਕਰੋਨ ਵੇਰੀਐਂਟ ਹੈ ਕੋਈ ਕਹਿ ਰਿਹਾ ਕਿਸੇ ਹੋਰ ਦੇਸ਼ਾਂ ਦੇ ਵਿੱਚ ਵੀ ਫੈਲਿਆ ਪਰ ਜਿਵੇਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਤਾਂ ਕਹਿੰਦੇ ਕਿ ਸਾਊਥ ਅਫਰੀਕਾ ਦੇ ਵਿੱਚ ਪਹਿਲਾਂ ਕੇਸ ਲੱਭੇ ਸੀ ਤੇ ਉੱਥੋਂ ਆਉਣੇ ਸ਼ੁਰੂ ਹੋਇਆ ਤਾਂ ਉਹਦੇ ਨਾਲ ਜੋੜ ਦਿੱਤਾ ਗਿਆ। ਉੱਥੇ ਦੀਆਂ ਕੰਟਰੀਆਂ ਥੋੜ੍ਹੀਆਂ ਬਹੁਤ ਬੈਨ ਕਰ ਦਿੱਤੀਆਂ ਗਈਆਂ। ਹੁਣ ਬੈਨ ਕਰਨ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਕੇਸ ਆਉਣ ਲੱਗ ਗਿਆ। ਹੁਣ ਸਾਡੇ ਇੱਥੇ ਜਿਹੜੇ ਲੋਕਲ ਹੈਲਥ ਮਿਨਿਸਟਰ ਹੈਗੇ ਨੇ ਏਡਰੀਅਨ ਰੈਕਸ ਉਹ ਕਹਿੰਦੇ ਆ ਕਿ ਸਾਨੂੰ ਓਮਿਕਰੋਨ ਹਜੇ ਪਤਾ ਹੀ ਨਹੀਂ ਕਿਹੜਾ ਡੇਟਾ ਆ ਹਜੇ ਉਹਦਾ ਡੇਟਾ ਹਜੇ ਕਰ ਰਹੇ ਆ ਉਹਦੀ ਗੱਲਬਾਤ ਕਰ ਰਹੇ ਆ ਪਰ ਉਸ ਤੋਂ ਪਹਿਲਾਂ ਸਾਨੂੰ ਡੈਲਟਾ ਵੇਰੀਐਂਟ ਆ ਜਿਹੜਾ ਉਹਦੇ ਨਾਲ ਵੀ ਦੇਖਣਾ ਪੈਣਾ ਕਿ ਉਹ ਕਿੰਨਾ ਨੁਕਸਾਨ ਪਹੁੰਚਾ ਰਿਹਾ। ਸੋ ਇਹ ਹੈ ਕਿ ਜਿਹੜੀਆਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹ ਤਾਂ ਸਾਨੂੰ ਫੋਲੋ ਕਰਨੇ ਪੈਣੇ ਹੀ ਪੈਣੇ ਆ ਪਰ ਨਾਲ ਜਿਹੜਾ ਆ ਹੁਣ ਜਿਵੇਂ ਲੋਕ ਸੋਚ ਰਹੇ ਸੀ ਕਿ ਹੁਣ ਸਮਰ ਜਿੱਦਾਂ ਵਿੰਟਰ ਟਾਈਮ ਆ ਗਿਆ ਅਸੀਂ ਉਹ ਦੇਸ਼ ਜਿੱਥੇ ਸਮਰ ਹੈਗੀ ਹੈ ਮੈਕਸੀਕੋ ਕੋਈ ਜਾ ਰਿਹਾ ਹੈ ਕੋਈ ਯੂਰਪ ਕੰਟਰੀਆਂ ਦੇ ਵੱਲ ਜਾ ਰਿਹਾ ਕੋਈ ਕਿਤੇ ਹੋਰ ਜਾ ਰਿਹਾ ਹੈਗਾ ਨਿਊਜ਼ੀਲੈਂਡ ਆਸਟ੍ਰੇਲੀਆ ਵੱਲ ਘੁੰਮਣ ਜਾ ਰਿਹਾ ਉਹ ਹੁਣ ਸਾਰੇ ਸੈਟਬੈਕ ਕਰਕੇ ਬਹਿ ਗਏ ਨੇ ਕਿ ਹੁਣ ਪਤਾ ਨਹੀਂ ਉੱਥੇ ਕੀ ਹੋਣਾ ਕੀ ਨਹੀਂ ਹੋਣਾ। ਸੋ ਇਹ ਕਿ ਜਿੱਥੇ ਲੋਕਾਂ ਦੀਆਂ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਦੇਸ਼ ਵੀ ਪ੍ਰਭਾਵਿਤ ਹੋਇਆ। ਹੁਣ ਓਮਿਕਰੋਨ ਵੇਰੀਐਂਟ ਦੇ ਨਾਲ ਕਿੰਨਾ ਕੁ ਪ੍ਰਭਾਵ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਲਾਈਟਸ ਵਗੈਰਾ ਕੈਂਸਲ ਹੋਣਗੀਆਂ ਕਿਸ ਤਰ੍ਹਾਂ ਦਾ ਅਸਰ ਹੋਊਗਾ ਕਿਉਂਕਿ ਅਸੀਂ ਇੱਕ ਪਾਸੇ ਸੋਚ ਰਹੇ ਸੀ ਕਿ ਵੈਕਸੀਨ ਲੱਗਣੀ ਹੈ ਹੁਣ 5 ਤੋਂ 11 ਸਾਲ ਦੇ ਬੱਚਿਆਂ ਦੇ ਵੈਕਸੀਨ ਲੱਗ ਰਹੀ ਹੈ ਪਰ ਨਾਲ ਹੁਣ ਸਾਨੂੰ ਤੀਜੀ ਡੋਜ਼ ਲਾਉਣ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ। ਇਹ ਖਤਮ ਨਾ ਹੋਣ ਵਾਲੀ ਗੱਲ ਲੱਗਦੀ ਹੈ ਕਿਤੇ ਵੀ ਇਹ ਕਹਾਣੀ ਜਿਹੜੀ ਅੱਗੇ ਦੀ ਅੱਗੇ ਵਧਾਈ ਜਾ ਰਹੀ ਹੈ ਵਧੀ ਜਾ ਰਹੀ ਹੈ। ਹਾਂਜੀ ਸੋ ਇਹ ਥੋੜੀ ਬਹੁਤ ਵਧੀਆ ਆਬਜ਼ਰਵੇਸ਼ਨ ਹੈ ਅਰਸ਼ ਕਿ ਜਿਹੜੇ ਡੈਲਟਾ ਵੇਰੀਐਂਟ ਆਇਆ ਹੁਣ ਓਮਿਕਰੋਨ ਜਿਹੜਾ ਵੇਰੀਐਂਟ ਹੈ ਸਾਊਥ ਅਫਰੀਕਾ ਤੋਂ ਤੇ ਹਾਂਗਕਾਂਗ ਵੀ ਕਹਿ ਰਹੇ ਵਿੱਚ ਸੋ ਇਹ ਜਿਹੜੇ ਹੈਗੇ ਆ ਇਹ ਮਿਊਟੇਟ ਹੁੰਦੇ ਆ
ਵੈਸੇ ਆਪਾਂ ਡਾਕਟਰਾਂ ਨਾਲ ਗੱਲ ਕਰਦੇ ਆ, ਉਹ ਥੋੜਾ ਜਿਹਾ ਹੋਰ ਲਾਈਟ ਪਾਉਣਗੇ ਇਸ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਊਗੀ। ਸੋ ਉਹਦੇ 'ਚ ਜੋ ਮਿਊਟੇਸ਼ਨ ਹੁੰਦਾ ਆ, ਉਹਦੇ 'ਚ ਦ ਸਕੇਰੀ ਪਾਰਟ ਵਟ ਯੂ ਸੈਡ ਬੀ ਵਿਲ ਬੀ ਅ ਨਿਊ ਨਾਰਮਲ, ਉਹਦੇ 'ਚੋਂ ਫਿਰ ਹੋਰ ਵੇਰੀਐਂਟ ਨਿਕਲਦੇ। ਸੋ ਦੈਟਸ ਦ ਬਿਗੇਸਟ ਪ੍ਰੋਬਲਮ। ਐਂਡ ਜਿਵੇਂ ਤੁਸੀਂ ਕਿਹਾ ਕਿ ਹੁਣ ਓਮੀਕਰੋਨ ਬਾਰੇ ਆ, ਆਪਣੇ ਮਿਸਟਰ ਡਿਕਸ ਜਿਹੜੇ ਆਪਣੇ ਹੈਲਥ ਮਿਨਿਸਟਰ ਹੈ ਜਾਂ ਡਾਕਟਰ ਬੋਨੀ ਹੈਨਰੀ ਹੈ, ਇਹਨਾਂ ਕੋਲ ਜਿੰਨਾ ਚਿਰ ਇਨਫ ਡਾਟਾ ਨਹੀਂ ਹੁੰਦਾ, they can't make a conclusive, even science can't make a conclusive ਉਹ ਰਿਸਰਚ ਸ਼ੁਰੂ ਹੋ ਜਾਂਦੀ ਹੈ ਰਾਈਟ ਵੇ ਐਂਡ ਦੇ ਫਾਈਂਡ ਆਊਟ ਦਾ ਲੱਕੀਲੀ ਹੁਣ ਆਪਣੇ 5 ਕੇਸ ਹੋ ਗਏ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਨ੍ਹਾਂ 'ਚੋਂ 3 ਤਾਂ ਫੁੱਲੀ ਵੈਕਸੀਨੇਟਡ ਸੀਗੇ, 2 ਜਿਹੜੇ ਸੀ ਉਹ ਵੈਕਸੀਨੇਟਡ ਨਹੀਂ ਸੀਗੇ। ਉਹਨਾਂ ਨੇ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਦੇਰ ਆਰ ਮਾਈਲਡ ਸਿੰਪਟਮਸ ਐਂਡ ਦੇ ਆਰ ਨਾਟ ਇਵਨ ਹਸਪੀਟਲਾਈਜ਼ਡ, ਮਤਲਬ ਦੇ ਆਰ ਐਟ ਹੋਮ ਐਂਡ ਹਾਂਜੀ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਇਟਸ ਵੈਰੀ ਹਾਰਡ ਟੂ ਪ੍ਰੋਡਕਟ, ਇਸ ਸਪਰੈਡਿੰਗ ਅਗੇਨ, ਇਹਨੇ ਕਿੰਨਾ ਸਪਰੈਡ ਹੋਣਾ ਤੇ ਕਿਵੇਂ ਇਹਨੇ ਪਾਪੂਲੇਸ਼ਨ ਨੂੰ ਇੰਪੈਕਟ ਕਰਨਾ, ਦੈਟ ਵਿਲ ਬੀ ਵੀ ਹੈਵ ਟੂ ਸੀ। ਐਂਡ ਜਦੋਂ ਇਨਫ ਡਾਟਾ ਆ ਗਿਆ ਉਹਦੋਂ ਬਾਅਦ ਉਸ 'ਚ ਜਿਵੇਂ ਤੁਸੀਂ ਕਿਹਾ ਹੈ ਕਿ ਜਿਹੜਾ ਬੂਸਟਰ ਸ਼ਾਟ ਹੈ, ਹੁਣ ਅੱਜ ਡਾਕਟਰ ਬੋਨੀ ਹੈਨਰੀ ਨੇ ਡਿਕਲੇਅਰ ਕਰਤਾ ਕਿ 65 ਪਲੱਸ ਜਿਹੜੇ ਹੈਗਾ ਬਾਈ ਨੈਕਸਟ ਵੀਕ ਦੇ ਵਿਲ ਬੀ ਗੈਟਿੰਗ ਕਾਲਸ ਐਂਡ ਇਨਵੀਟੇਸ਼ਨ ਟੂ ਗੈਟ ਦਾ ਬੂਸਟਰ ਸ਼ਾਟ। ਸੋ ਇਹਨਾਂ ਦੇ ਰਾਈਟ ਨਾਓ ਜਿਹੜੀ ਸਾਇੰਸ ਹੈਗੀ ਉਹਦੇ ਦਿਮਾਗ 'ਚ ਇਹ ਹੈਗਾ ਵੀ ਬੂਸਟਰ ਸ਼ਾਟ ਜੇ ਲੱਗ ਜੇ ਤੇ ਉਹਦੀ ਜਿਹੜੀ ਪ੍ਰੀਵੈਂਸ਼ਨ ਹੈਗੀ ਹੈ ਉਹ ਥੋੜੀ ਜੀ ਹੋ ਜਾਊਗੀ, ਬਟ ਦੇ ਆਰ ਨਾਟ 100% ਸ਼ੋਰ ਇਫ ਦੈਟ ਵਿਲ 100% ਪ੍ਰੋਟੈਕਟ ਦਾ, ਕਿਉਂਕਿ ਜਿਹੜਾ ਵੇਰੀਐਂਟ ਆ ਉਹਦੀ ਸਟੱਡੀ ਹੋਊਗੀ ਉਹ ਕਿਸ ਤਰ੍ਹਾਂ ਕਿੱਥੇ ਜਾ ਕੇ ਉਹ ਕਰਦਾ ਆ। ਪਰ ਇੱਕ ਫਾਇਦਾ ਹੈਗਾ, ਜਿੰਨੇ ਵੀ ਆਪਣੇ ਲਿਸਨਰਸ ਹੈਗੇ ਆ ਜਾਂ ਵਿਊਅਰਸ ਹੈਗੇ ਆ, ਉਹਨਾਂ ਨੂੰ ਇਹ ਹੈਗਾ ਬਈ ਵੈਕਸੀਨ ਜਿਹੜਾ ਹੈਗਾ ਜ਼ਰੂਰ ਲਵਾਓ। ਜੇ ਤੁਹਾਡੇ ਇੱਕ ਲੱਗਿਆ ਦੂਜਾ ਲਵਾਓ, ਜੇ ਦੂਜਾ ਲੱਗਿਆ ਇਫ ਯੂ ਆਰ ਕੁਆਲੀਫਾਈਡ ਗੈਟ ਦ ਬੂਸਟਰ ਸ਼ਾਟ, ਤੇ ਇਹਦੇ ਨਾਲ ਜਿਹੜਾ ਫਲੂ ਸ਼ਾਟ ਵੀ ਲਵਾਓ। ਕਿਉਂਕਿ ਜਿਹੜੀ ਹੁਣ ਲੇਟਲੀ ਕੀ ਹੋ ਰਿਹਾ ਅਰਸ਼, ਜਿਹੜੇ ਇਹਨਾਂ ਨੇ ਨਹੀਂ ਲਵਾਇਆ ਉਹਨਾਂ ਨੂੰ ਅਟੈਕ ਬਹੁਤ ਕਰਦਾ ਆ ਐਂਡ ਕੈਨ ਬੀ ਅ ਲਾਈਫ ਥ੍ਰੈਟਨਿੰਗ। ਐਟ ਲੀਸਟ ਜੇ ਤੁਹਾਡੇ ਫੁੱਲੀ ਵੈਕਸੀਨੇਟਡ ਹੋ, ਤੁਹਾਡੇ ਮਰਨ ਦੇ ਚਾਂਸਸ ਘਟ ਜਾਂਦੇ। ਜੀ ਬਿਲਕੁਲ ਬਿਲਕੁਲ, ਇਹ ਤੁਹਾਨੂੰ ਬਚਾਅ ਦਾ ਕਰਦਾ ਹੈ। ਹੁਣ ਵੈਕਸੀਨਸ ਉਹ ਕਦੇ ਵੀ ਉਹਨਾਂ ਨੇ ਆਏ ਨਹੀਂ ਕਿਹਾ ਸੀਗਾ ਕਿ ਤੁਸੀਂ ਵੈਕਸੀਨ ਲਗਵਾ ਲਈ ਤਾਂ ਤੁਸੀਂ ਸੇਫ, ਤੁਹਾਨੂੰ ਕਦੇ ਵੀ ਕੋਵਿਡ ਨਹੀਂ ਹੋਊਗਾ। ਉਹ ਕਹਿੰਦੇ ਹੋ ਸਕਦਾ, ਪਰ ਇਹ ਹੈ ਕਿ ਤੁਹਾਡੀ ਮੌਤ ਨਹੀਂ ਹੋਊਗੀ, ਥੋੜਾ ਬਹੁਤ ਜਿਹੜੇ ਸਿੰਪਟਮ ਆਉਣਗੇ, ਲਾਈਟ ਸਿੰਪਟਮ ਆਉਣਗੇ, ਪਰ ਇਹ ਹੈ ਕਿ ਤੁਹਾਨੂੰ ਜ਼ਿਆਦਾ ਤੁਹਾਡੇ ਲੰਗਸ ਤੇ ਇਫੈਕਟ ਨਹੀਂ ਹੋਊਗੀ, ਤੁਹਾਡੇ ਕਿਸੇ ਹੋਰ ਸਿਸਟਮ ਦੇ ਉੱਤੇ ਜਿਹੜਾ ਆ ਉਹ ਇਫੈਕਟ ਨਹੀਂ ਹੋਊਗਾ, ਪਰ ਇਹ ਹੈ ਕਿ ਬਚਾਅ ਹੋ ਜਾਊਗਾ। ਤੀਜਾ ਸ਼ਾਟ ਸ਼ਾਇਦ ਚੌਥਾ ਵੀ ਕਹਿ ਦੇਣ, ਯੂ ਨੈਵਰ ਨੋ ਕਿ ਕੀ ਕਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ। ਸਾਇੰਸ ਕੁਝ ਵੀ ਕਹਿ ਸਕਦੀ ਹੈ। ਮੇਰੇ ਖਿਆਲ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੇ ਆ, ਮੇਰੇ ਖਿਆਲ ਇਟ ਵਿਲ ਬੀ ਅ ਨਿਊ normal. I think these vaccination probably will be every year because you know it's better to be safe than sorry. ਤੇ ਉਹਨਾਂ ਨੂੰ ਜਿਹੜੇ ਹੈਗਾ ਆ ਉਹਨੂੰ ਫਾਈਟ ਕਰਨ ਲਈ ਇਹਨਾਂ ਨੇ ਜਿਹੜੇ ਹੈਗੇ ਵੈਕਸੀਨ, ਇਹ ਮੇਰੇ ਖਿਆਲ ਇਟ ਵਿਲ ਬੀ ਏ ਨਿਊ ਨਾਰਮਲ। ਮੇਬੀ ਆਪਾਂ ਨੂੰ ਹਰ ਸਾਲ ਹੀ ਲਵਾਉਣਾ ਪਵੇ। ਇਟਸ ਵਿਲ ਬੀ ਵੈਰੀ ਇੰਟਰਸਟਿੰਗ ਟੂ ਸੀ। ਬਟ ਸਾਇੰਸ ਜਾਂ ਜਿੰਨੇ ਵੀ ਆਪਣੇ ਡਾਕਟਰਸ ਨਾਲ ਇੰਟਰਵਿਊ ਹੋਇਆ ਉਹਨਾਂ ਦਾ ਵੀ ਇਹ ਕਹਿਣਾ it might be every year kind of thing. ਇਸੇ ਕਰਕੇ ਸਾਰੇ ਕਨਫਿਊਜ਼ ਹੈਗੇ ਆ। ਹੁਣ ਕਈ ਲੋਕ ਕਹਿੰਦੇ ਆ ਕਿ ਹੁਣ ਇਹਦੇ ਨਾਲ ਹੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਮਾਰੀਆਂ ਵੀ ਆਉਣਗੀਆਂ, ਮੈਂਟਲ ਸਟ੍ਰੈਸ, ਕਿਉਂਕਿ ਇਹ ਟਾਈਮ ਜਿਹੜਾ ਆ ਉਹ ਆਪਾਂ ਕਹਿੰਦੇ ਆ ਕਿ ਜਿਹੜੇ ਇੱਥੋਂ ਦੇ ਲੋਕ ਆ ਉਹ ਵੰਡਰਫੁਲ ਟਾਈਮ ਆਫ ਦਾ ਈਅਰ ਕਹਿੰਦੇ ਆ ਕਿ ਹੁਣ ਲੋਕ ਪਾਰਟੀਜ਼ ਵੀ ਤੇ ਵੀ ਜਾ ਰਹੇ ਆ, ਕ੍ਰਿਸਮਸ ਵੀ ਸੈਲੀਬ੍ਰੇਟ ਕਰ ਰਹੇ ਹੈਗੇ ਆ। ਹੁਣ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਸੈਲੀਬ੍ਰੇਸ਼ਨਸ ਦਾ ਮਾਹੌਲ ਹੋਵੇ ਤੇ ਉਧਰੋਂ ਰਿਸਟ੍ਰਿਕਸ਼ਨਸ ਲੱਗ ਜਾਣ, ਤੇ ਉਹ 2 ਸਾਲ ਤੋਂ ਪਿਛਲੇ ਤੋਂ ਇਹ ਸੇਮ ਹੁੰਦਾ ਆ ਰਿਹਾ, ਤੇ ਉਹ ਸੋਚਦੇ ਸੀ 2021 ਦੇ ਵਿੱਚ ਨਾਰਮਲ ਹੋ ਜਾਣਾ ਹੈ, ਸ਼ਾਇਦ 2022 ਦੇ ਵਿੱਚ, ਇਹ ਪਤਾ ਹੀ ਨਹੀਂ ਕਦੋਂ ਹੋਣਾ ਆ। ਪਰ ਇਹ ਹੈ ਕਿ ਜੋ ਵੀ ਸਾਨੂੰ ਕਿਹਾ ਜਾਂਦਾ ਆ ਉਹ ਸਾਨੂੰ ਕਰਨਾ ਚਾਹੀਦਾ। ਜੇ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ, ਮਾਸਕ ਪਾਉਣੇ ਚਾਹੀਦੇ ਆ, ਡਿਸਟੈਂਸ ਦੇ ਲਈ ਕਿਹਾ ਜਾ ਰਿਹਾ। ਈਵਨ ਜੇ ਤੁਸੀਂ ਘਰ ਦੇ ਵਿੱਚ ਵੀ ਪਾਰਟੀ ਆਰਗੇਨਾਈਜ਼ ਕਰ ਰਹੇ ਆ, ਜ਼ਰੂਰ ਔਰ ਵੈਕਸੀਨੇਸ਼ਨ ਸਟੇਟਸ ਜ਼ਰੂਰ ਦੇਖੋ, ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਨੇ ਜਿਨ੍ਹਾਂ ਨੇ ਵੈਕਸੀਨੇਸ਼ਨ ਜਿਹੜੀ ਨਹੀਂ ਲਗਵਾਈ ਹੋਈ। ਸੋ ਅਰਸ਼, ਇਹ ਮੈਂ ਤੁਹਾਨੂੰ ਦੱਸਦਾ ਆਬਜ਼ਰਵੇਸ਼ਨ। ਸੋ ਆਈ ਵਾਜ਼ ਐਨ ਅ ਫਿਊਨਲ, ਸੰਡੇ ਮੈਂ ਫਿਊਨਲ ਤੇ ਗਿਆ ਸੀ, ਐਂਡ ਆਫਟਰ ਅ ਲੌਂਗ ਟਾਈਮ ਆਈ ਸੀਨ ਦੈਟ ਵਿੱਚੋਂ ਜੇ ਥੋੜੀ ਜਿਹੀ ਹੋ ਗਈ ਸੀ ਓਪਨਨੈਸ। So everybody have to have a mask on. ਮੇਰੇ ਖਿਆਲ about 200-250 ਬੰਦਾ ਹੋਣਾ ਫਿਊਨਲ ਹਾਲ ਦੇ ਵਿੱਚ ਵੈਕਸੀਨੇਸ਼ਨ, ਐਂਡ ਬਿਫੋਰ ਐਂਟਰਿੰਗ ਦੇ ਵਰ ਚੈਕਿੰਗ ਦਰ ਵੈਕਸੀਨੇਸ਼ਨ ਰੈਕਡ। ਸੋ ਜਿਹੜੀਆਂ ਇਹ ਫਿਰ ਓਮੀਕਰੋਨ ਆਉਣ ਕਰਕੇ ਫਿਰ ਅਲਰਟ ਹੋ ਗਏ ਤੇ ਫਿਰ ਇਹ ਜਿਹੜੇ ਹੈਗੇ ਦੇਖਣ ਲੱਗੇ। ਦੂਸਰੀ ਗੱਲ ਜਿਹੜੀ ਹੈਗੀ ਹੈ, ਜਦੋਂ ਵੀ ਰੈਸਟੋਰੈਂਟ 'ਚ ਜਾਂ ਕਿਤੇ ਵੀ ਤੁਸੀਂ ਜਾਂਦੇ ਆਪਦੀ ਜਿਹੜੀ ਐਪ ਤੁਹਾਡੀ ਹੈਗੀ ਆ ਆਪਦੇ ਫੋਨ ਦੇ ਉੱਤੇ, ਜਾਂ ਜੇ ਕੋਈ ਮਤਲਬ ਬਾਹਲੇ ਪੜ੍ਹੇ ਲਿਖੇ ਨਹੀਂ, ਆਪਦਾ ਜਿਹੜਾ ਫਿਜ਼ੀਕਲ ਰੈਕਡ ਹੈਗਾ ਉਸ ਤੇ ਗੁੱਸੇ ਹੋਣ ਦੀ ਲੋੜ ਨਹੀਂ ਲੋਕਾਂ ਤੇ। ਮਤਲਬ ਦਿਸ ਇਜ਼ देयर ਜੌਬ, ਮੇਕ ਸ਼ੋਰ ਐਂਡ ਸ਼ੋ them it's not only protecting you, protecting other people too. ਬਿਲਕੁਲ
ਐਂਡ ਤੁਸੀਂ ਪ੍ਰੋਟੈਕਟਡ, ਅਦਰ ਪੀਪਲ ਵੀ ਪ੍ਰੋਟੈਕਟਡ ਹੈ। ਸੋ ਉਹਦੇ 'ਚ ਕੀ 2 ਮਿੰਟ 2 ਮਿੰਟ ਵੀ ਨਹੀਂ, 1 ਮਿੰਟ ਲੱਗਦਾ। ਤੁਸੀਂ ਪਹਿਲਾਂ ਜੇ ਉਹ ਕੱਢ ਕੇ ਆਪਦਾ ਤਿਆਰ ਹੈ ਉਹਨੂੰ ਦਿਖਾਇਆ, ਉਹਨਾਂ ਨੇ ਤੁਹਾਡੀ ਆਈਡੀ ਚੈੱਕ ਕੀਤੀ, ਯੂ ਆਰ ਇਨ। ਸੋ ਐਂਡ ਦੇ ਵਰ 250 ਪੀਪਲ ਐਟ ਦਾ ਫਿਊਨਰਲ ਹੋਮ। So people were going like normally they go because so ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿਵੇਂ ਤੁਸੀਂ ਕਿਹਾ ਕਿ ਹੁਣ ਕ੍ਰਿਸਮਸ ਆ ਰਹੀ ਹੈ, ਪਾਰਟੀਆਂ ਦੀ ਤੁਸੀਂ ਗੱਲ ਕੀਤੀ, we have to pay close attention and be precaution ਰੱਖਣੀ ਪੈਣੀ। ਆਪਦਾ ਖਿਆਲ ਰੱਖੋ, ਆਪਦੀ ਜਿੰਨੀ ਡਿਸਟੈਂਸਿੰਗ ਹੈਗੀ ਹੈ, ਜੱਫੀਆਂ ਪੈਣੀਆਂ ਤਾਂ ਵੈਸੇ ਹੀ ਘੱਟ ਹੋ ਗਈਆਂ because of that and that's okay। It's kind of sad because you love somebody, you want to hug them, ਹੈ ਨਾ, ਜੱਫੀ ਪਾਉਣੀ। ਪਰ ਉਹ ਜਿਹੜੇ ਕਿ ਹੈਂਡ ਸ਼ੇਕਿੰਗ ਵੀ ਆਪਾਂ ਇਸ ਤਰ੍ਹਾਂ ਕਰਨ ਲੱਗ ਪਏ, ਹੱਥ ਨਹੀਂ ਮਿਲਾਉਂਦੇ। ਐਂਡ ਸੋ ਉਹ ਜਿਹੜੀਆਂ ਪ੍ਰੀਕਾਸ਼ਨਸ ਆਪਾਂ ਨੂੰ ਕੰਟੀਨਿਊ ਰੱਖਣੀਆਂ ਪੈਣੀਆਂ। ਐਂਡ ਅਸੀਂ ਯੂਜ਼ਡ ਟੂ ਵੀ ਹੋ ਗਏ ਆ ਇਹਨਾਂ ਚੀਜ਼ਾਂ ਦੇ। ਸੋ ਇਹ ਹੈ ਕਿ ਤੁਸੀਂ ਜੇ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ ਤਾਂ ਮਾਸਕ ਜ਼ਰੂਰ ਪਾਓ। ਜੇ ਤੁਹਾਨੂੰ ਸੋਸ਼ਲ ਡਿਸਟੈਂਸ ਦੇ ਲਈ ਕਹਿ ਰਿਹਾ, ਡਿਸਟੈਂਸ ਜ਼ਰੂਰ ਰੱਖੋ। ਵੈਕਸੀਨੇਸ਼ਨ ਕਾਰਡ ਦਿਖਾਉਣ ਦੇ ਲਈ ਕਿਹਾ ਜਾ ਰਿਹਾ, ਵੈਕਸੀਨੇਸ਼ਨ ਕਾਰਡ ਜ਼ਰੂਰ ਦਿਖਾਓ, ਆਈਡੀ ਜ਼ਰੂਰ ਦਿਖਾਓ। ਸੋ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਹੁਣ ਨਾਲ ਅਸੀਂ ਦੇਖ ਰਹੇ ਹਾਂ ਕਿ ਕੋਵਿਡ ਤਾਂ ਹੈ ਹੀ, ਤੇ ਹੁਣ ਕਲਾਈਮੇਟ ਦਾ ਕਿੰਨਾ ਅਸਰ ਹੋ ਰਿਹਾ। ਕਲਾਈਮੇਟ ਦੇ ਨਾਲ ਅਸੀਂ ਦੇਖਿਆ ਕਿ ਕੱਲ ਅਸੀਂ ਸਨੋ ਵੀ ਦੇਖੀ ਹੈ, BC ਦੇ ਵਿੱਚ ਪਹਿਲੀ ਸਨੋ ਹੋਈ ਹੈ। ਪਰ ਉਸ ਤੋਂ ਪਹਿਲਾਂ ਫਲੱਡ ਨੇ ਜੋ ਇਸ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਇਆ, ਲੋਕਾਂ ਨੂੰ ਨੁਕਸਾਨ ਪਹੁੰਚਾਇਆ। ਤੁਸੀਂ ਦੇਖਿਆ ਡੇਟਾ ਬਾਹਰ ਆਇਆ, ਸਾਡੇ ਜੋ ਖੇਤੀਬਾੜੀ ਮੰਤਰੀ ਨੇ ਲੈਣਾ ਪੌਂਪਮ, ਉਹਨਾਂ ਨੇ ਦੱਸਿਆ ਕਿ 6,40,000 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਹੁਣ ਉਹਨਾਂ ਨੇ ਕਿਹਾ 98% ਗਾਵਾਂ ਜਿਹੜੀਆਂ ਨੇ ਉਹ ਬਚਾ ਲਈਆਂ ਗਈਆਂ ਨੇ। 98% ਦੇ ਵਿੱਚ ਉਹਨਾਂ ਨੇ ਲਗਭਗ 480 ਗਾਵਾਂ ਦੱਸੀਆਂ ਨੇ ਜਿਨ੍ਹਾਂ ਦੀ ਮੌਤ ਹੋ ਗਈ ਹੈ। ਹੁਣ ਉਹਨਾਂ ਨੇ ਕਿਹਾ ਕਿ 6,20,000 ਜਿਹੜੇ ਨੇ ਉਹ ਚਿਕਨ ਕਹਿ ਸਕਦੇ ਆ, ਮੁਰਗੇ ਕਹਿ ਸਕਦੇ ਆ, ਉਹਨਾਂ ਦੀ ਜਾਨ ਗਈ ਹੈ। ਪੋਲਟਰੀ ਜਿਹੜੇ ਜਾਨਵਰ ਹੈਗੇ ਨੇ, ਸੋ 12,000 ਤੱਕ ਉਹਨਾਂ ਨੇ ਕਿਹਾ ਕਿ ਹੌਗ ਜਿਹੜੇ ਨੇ, ਜਿਹਨਾਂ ਨੂੰ ਸੂਰ ਕਿਹਾ ਜਾਂਦਾ ਹੈ, ਉਹਨਾਂ ਦੀ ਡੈਥ ਹੋਈ ਹੈ। ਤਾਂ ਉਹ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਦੁਖਦਾਈ ਨੇ। ਪਰ ਉਸ ਤੋਂ ਜ਼ਿਆਦਾ ਜਿਹੜੇ ਲੋਕ ਆਪਣੇ ਘਰਾਂ ਤੋਂ, ਹੁਣ ਇੱਕ ਸੁਪਨਿਆਂ ਦਾ ਘਰ ਅਸੀਂ ਘਰ ਬਣਾਉਂਦੇ ਆ, ਅਸੀਂ ਦੇਖਦੇ ਆ ਕਿ ਕਿੰਨਾ ਛੋਟੀ ਛੋਟੀ ਚੀਜ਼ ਅਸੀਂ ਬਣਾਉਂਦੇ ਆ ਤੇ ਉਹ ਇੱਕੋ ਦਮ ਫਲੱਡ ਦੇ ਵਿੱਚ, ਪਾਣੀ ਦੇ ਵਿੱਚ ਵਹਿ ਜਾਵੇ ਤੇ ਅਸੀਂ ਘਰ ਦੇਖ ਵੀ ਨਾ ਸਕੀਏ ਕਿ ਕਿਸ ਤਰ੍ਹਾਂ ਦਾ ਘਰ ਹੈਗਾ ਆ। ਪਰ ਇਹ ਹੈ ਕਿ ਸਰਕਾਰਾਂ ਤੇ ਭਰੋਸਾ ਤਾਂ ਦਵਾ ਰਹੀਆਂ ਨੇ ਕਿ ਅਸੀਂ ਹੈਲਪ ਕਰਾਂਗੇ, ਚਾਹੇ ਉਹ ਪ੍ਰੋਵਿੰਸ਼ੀਅਲ ਆ ਚਾਹੇ ਉਹ ਫੈਡਰਲ ਸਰਕਾਰ ਹੈ। ਪਰ ਕਿੰਨੀ ਜਲਦੀ ਹੁੰਦਾ ਆ। ਫਾਰਮਰਸ ਵੀ ਕਹਿੰਦੇ ਨੇ ਕਿ ਛੇਤੀ ਤੋਂ ਛੇਤੀ ਸਾਨੂੰ ਜਿਹੜਾ ਆ ਉਹ ਹੈਲਪ ਜਿਹੜੀ ਉਹ ਦਿੱਤੀ ਜਾਵੇ, ਕਿਉਂਕਿ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਹੌਲੀ ਹੌਲੀ ਤੁਹਾਨੂੰ ਮਦਦ ਦਿੱਤੀ ਜਾਵੇਗੀ। ਪਰ ਕਿਸਾਨ ਕਹਿੰਦੇ ਆ ਕਿ ਅਸੀਂ ਹੋ ਸਕਦਾ ਹੈ ਕਿ ਇਹਦਾ ਅਸਰ ਆਉਣ ਵਾਲੇ ਕਈ ਸਾਲਾਂ ਤੱਕ ਹੋਵੇ। ਹੁਣ ਬਲੂਬੇਰੀ ਦੀ ਖੇਤੀ ਕੀਤੀ ਜਾਂਦੀ ਸੀਗੀ, ਅਸੀਂ ਦੇਖਿਆ ਆ। ਹੁਣ ਉਹ ਫਾਰਮ ਕਹਿੰਦੇ ਕਿ ਅਲੱਗ-ਅਲੱਗ ਫਾਰਮ ਤੇ ਡਿਪੈਂਡ ਕਰਦਾ ਹੈ ਕਿ ਹੋ ਸਕਦਾ ਕਿ ਕੋਈ ਫਾਰਮ ਅਗਲੇ ਸਾਲ ਤੱਕ ਖੇਤੀ ਕਰਨ ਯੋਗ ਹੋ ਜਾਵੇ, ਪਰ ਹੋ ਸਕਦਾ ਕਿ ਕਈ ਸਾਲ ਉਹਦੇ ਤੇ ਕੰਮ ਕਰਨਾ ਪਵੇ, ਵਰਕ ਕਰਨਾ ਪਵੇ ਤੇ ਫਿਰ ਉਹਦੇ ਤੇ ਫਸਲ ਬੀਜੀ ਜਾਵੇ। ਫਿਰ ਕਈ ਲੋਕ ਕੇਸਰ ਦੀ ਖੇਤੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸੀ, ਹੁਣ ਉਹ ਨਹੀਂ ਹੋ ਸਕਦੀ। ਤਾਂ ਹੁਣ ਦੇਖੋ ਕਿ ਉਹਦੇ ਨਾਲ ਇਕਨੋਮੀ 'ਚ ਕਿੰਨਾ ਬੂਸਟ ਆਉਣਾ ਸੀ ਤੇ ਹੁਣ ਕਿੱਥੇ ਇਕਨੋਮੀ ਜਿਹੜੀ ਹੈ ਉਹਨੂੰ ਆਪਣਾ ਜਿਹੜਾ ਹੋਰ ਯੋਗਦਾਨ ਪਾਉਣਾ ਪੈ ਰਿਹਾ, ਲੋਕਾਂ ਦੀ ਹੈਲਪ ਕਰਨੀ ਪੈ ਰਹੀ ਹੈ। ਸੋ ਹੁਣ ਕਿਸਾਨ ਵੀ ਕਹਿ ਰਹੇ ਨੇ ਕਿ ਜਿਹੜੇ ਫਾਰਮ ਹੈਗੇ ਨੇ, ਕਿਉਂਕਿ ਐਲੀਜੀਬਿਲਟੀ ਫਾਰਮ ਜਾਂ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਣੀਆਂ ਨੇ ਜੇ ਤੁਹਾਨੂੰ ਮੁਆਵਜ਼ਾ ਚਾਹੀਦਾ, ਸਰਕਾਰ ਦੇ ਵੱਲੋਂ ਚਾਹੀਦਾ, ਉਹ ਕਹਿੰਦੇ ਕਿ ਸਾਰਾ ਕੁਝ ਸੌਖਾ ਰੱਖਿਆ ਜਾਵੇ ਇੱਕ ਵਾਰੀ, ਕਿਉਂਕਿ ਕਿਸਾਨ ਅੱਗੇ ਹੀ ਬਹੁਤ ਜ਼ਿਆਦਾ ਮਜਬੂਰ ਨੇ। ਹੁਣ ਦੇਖ ਸਕਦੇ ਹਾਂ ਕਿ ਸ਼ੈਲਟਰਸ ਦੇ ਵਿੱਚ ਰਹਿ ਰਹੇ ਨੇ, ਅਜੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਹੈਗਾ ਆ। ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਨੋ ਪੈ ਰਹੀ ਹੈ, ਸਨੋ ਦਾ ਪਾਣੀ ਜਿਹੜੇ ਜ਼ਿਆਦਾ ਲੈਵਲ ਦੇ ਉੱਤੇ ਨੇ, ਹੁਣ ਸਨੋ ਦਾ ਪਾਣੀ ਖੁਰ ਕੇ ਜਿਹੜਾ ਥੱਲੇ ਆ ਰਿਹਾ, ਉਹਦੇ ਕਰਕੇ ਵੀ ਜਿਹੜਾ ਪਾਣੀ ਜਾ ਨਹੀਂ ਰਿਹਾ। ਫਿਰ ਅਸੀਂ ਦੇਖ ਰਹੇ ਹਾਂ ਕਿ ਹਾਈਵੇ ਬੰਦ ਹੈਗੇ ਨੇ। ਕੋਕਾਹਲਾ ਹਾਈਵੇ ਤਾਂ ਕਹਿੰਦੇ ਆ ਕਿ ਅਗਲੇ ਜਨਵਰੀ ਐਂਡ ਤੱਕ ਬੰਦ ਰਹਿਣਾ ਹੈ, ਉਦੋਂ ਪਹਿਲਾਂ ਖੁੱਲ੍ਹਣ ਦੀ ਕੋਈ ਵੀ ਸੰਭਾਵਨਾ ਨਹੀਂ ਹੈਗੀ। ਸੋ ਇਹ ਹੈ ਕਿ ਬਹੁਤ ਜ਼ਿਆਦਾ ਪ੍ਰਭਾਵ ਉਸ ਫਲੱਡ ਨੇ, BC ਦੇ ਵਿੱਚ ਜਿਹੜੇ ਫਲੱਡ ਆਏ ਸੀ ਉਹਨਾਂ ਨੇ ਪਾਇਆ। ਹਾਂਜੀ, ਸੋ ਇਹ ਜਿਹੜਾ ਡੈਵਸਟੇਸ਼ਨ ਕਈ ਵਾਰੀ ਤਾਂ ਇਮੋਸ਼ਨਲੀ ਇੰਨਾ ਹਾਰਡ ਹੋ ਜਾਂਦਾ ਨਾ। 5 ਤਾਂ ਮੌਤਾਂ ਹੋ ਚੁੱਕੀਆਂ ਜਿਹੜੀਆਂ ਹੈਗੀਆਂ, ਵੀ ਲਾਸਟ 5 ਪੀਪਲ ਹੈ ਨਾ। our thoughts and prayers goes to those families। ਬਾਕੀ ਵੀ ਜਿਹੜੇ ਆਪਾਂ ਫਾਰਮਿੰਗ ਫੈਮਲੀਆਂ ਚੋਂ ਆਏ ਹੈ, ਐਂਡ I'm one of them, ਆਏ ਆ। ਤੁਹਾਨੂੰ ਪਤਾ ਜਿਹੜੇ ਜਾਨਵਰ ਹੈ ਉਹ ਵੀ ਪਰਿਵਾਰ ਦਾ ਹਿੱਸਾ ਬਣ ਜਾਂਦੇ। ਐਂਡ ਵੈਨ ਆਈ ਸੀ ਇਨ ਦ ਨਿਊਜ਼ ਜਿਹੜੇ ਉੱਥੇ ਫਾਰਮਰਸ ਹੈ, ਕਿਸੇ ਦੀਆਂ ਗਾਵਾਂ ਜਾਂ ਜਿਹੜੀ ਹੈਗੀ ਹੈ, ਤੁਸੀਂ ਪਰਸਨਲ ਅਟੈਚਮੈਂਟ ਤੁਹਾਡਾ ਕ੍ਰੀਏਟ ਹੋ ਜਾਂਦਾ। ਕੁੱਤੇ, ਬਿੱਲੀਆਂ ਜਿਹੜੇ ਹੈਗੇ, ਪਸ਼ੂ, ਆਪਣੇ ਜਿੰਨੇ ਵੀ ਐਨੀਮਲਸ ਹੈਗੇ ਆ। ਸੋ ਨਾਟ ਓਨਲੀ ਆਪਣੇ ਜਿਹੜੀ ਡੈਵਸਟੇਸ਼ਨ ਜਾਂ ਜਿਹੜੇ ਨੁਕਸਾਨ ਹੋਏ ਆ ਅਰਸ਼, ਉਹਦੇ ਨਾਲ ਜਿਹੜਾ ਇਮੋਸ਼ਨਲ ਇੰਪੈਕਟ ਹੋਣਾ ਤੇ ਇਹਦੇ ਨਾਲ ਜਿਹੜੇ ਸਾਈਡ ਇਫੈਕਟਸ ਹੈਗੇ, ਮੈਂਟਲ ਹੈਲਥ ਇਸ਼ੂਜ਼, ਡਿਪਰੈਸ਼ਨ, ਐਂਗਜ਼ਾਇਟੀ, ਜਿਹੜੇ ਇਹ ਮੈਡੀਕਲ ਇਸ਼ੂਜ਼ ਇਹਦੇ ਅਰਾਊਂਡ ਕ੍ਰੀਏਟ ਹੋਣੇ ਆ। ਕਿਉਂਕਿ ਇਟਸ ਅ ਵੈਰੀ ਨੋਰਮਲ। ਆਪਾਂ ਦਾ ਨਿਊਜ਼ ਜਾਂ ਗੱਲ ਸੁਣ ਕੇ ਹੀ ਆਪਣੇ ਤੇ ਇੰਨਾ ਅਸਰ ਪਿਆ ਆ, ਕਈ ਵਾਰੀ ਰੋਣ, ਉਹਨਾਂ ਦੀ ਦੇਖ ਕੇ ਰੋਣ ਵਰਗੇ ਹੋ ਜਾਂਦੇ ਆ ਤੁਸੀਂ ਵੀ। ਉਹਨੇ ਜਿਨ੍ਹਾਂ ਨੇ ਆਪਦੇ ਹੱਥੋਂ ਪਾਲ ਪੋਸ ਕੇ ਮਤਲਬ ਜਿਹੜੇ ਜਾਨਵਰ ਤਿਆਰ ਕੀਤੇ, ਜਾਂ ਆਪਦੀ ਫਸਲ, ਆਪਦੀ ਸਾਰੀ ਉਮਰ ਦੀ ਪੂੰਜੀ ਲਾ ਕੇ ਫਸਲਾਂ ਨੂੰ ਕਰ, ਉਹ ਸਾਰੀਆਂ ਤਬਾਹ ਹੋ ਗਈਆਂ। ਐਂਡ ਜਿਵੇਂ ਤੁਸੀਂ ਕਿਹਾ ਆ, ਨਵੇਂ ਘਰ ਪਾਏ, ਡਿਸਟਰੋਇਡ।
ਹੁਣ ਉਹਨਾਂ ਦੇ ਕੰਪਨਸੇਸ਼ਨ ਜਿਹੜਾ ਹੈਗਾ ਆ ਕਿੰਨਾ ਸਰਕਾਰਾਂ ਦਿੰਦੀਆਂ, ਕਿੰਨਾ ਇੰਸ਼ੋਰੈਂਸ ਕੰਪਨੀਆਂ ਦਿੰਦੀਆਂ, ਇਟ ਨੈਵਰ ਇਨਫ ਟੂ ਕੰਪਨਸੇਟ ਦਾ ਹੋਲ ਥਿੰਗ। ਬਿਲਕੁਲ ਕਦੇ ਇਹ ਨਾ ਭਰਨ ਵਾਲਾ ਘਾਟਾ ਹੋ ਗਿਆ ਬਿਲਕੁਲ ਆਪਣੀ ਜਿਹੜੀ ਕਮਿਊਨਿਟੀਜ਼ ਹੈ। ਬਾਕੀ ਤੁਸੀਂ ਕਿਹਾ ਜਿਹੜਾ ਇਨਵਾਇਰਨਮੈਂਟ ਹੈ, ਐਂਡ ਮੈਨੂੰ ਕਿਸੇ ਨੇ ਬੜੇ ਸੋਹਣੇ ਤਰੀਕੇ ਨਾਲ ਗੱਲਾਂ ਬਾਤਾਂ ਕਿਹਾ ਸੀ, ਜੇ ਪੰਜਾਬੀ 'ਚ ਗਈ, ਕਹਿੰਦੇ ਆਪਾਂ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ, ਆਪਾਂ ਪੰਗੇ ਲੈਣੋਂ ਨਹੀਂ ਹਟਦੇ, ਆਪਾਂ ਮਤਲਬ ਕਿਸੇ ਵੀ ਏਰੀਏ 'ਚ ਲੈ ਲਓ। ਸੋ ਇਨਵਾਇਰਨਮੈਂਟ ਨਾਲ ਕੁਦਰਤ ਕਹਿ ਲਓ, ਨੇਚਰ ਕਹਿ ਲਓ, ਜਦੋਂ ਉਹਦੇ ਨਾਲ ਕਰਦੇ ਉਹ ਕਹਿੰਦੀ ਅੱਛਾ ਆ ਜਾਓ, ਮੈਂ ਵੀ ਤੁਹਾਨੂੰ ਬੰਦੇ ਦਾ ਪੁੱਤ ਬਣਾਉਂਦੀ ਹਾਂ। ਸੋ ਵਟ ਹੈਪਨਡ ਇਜ਼ ਇਨ ਲਿਟਰਲੀ ਪੰਜਾਬੀ ਲੈਂਗੁਏਜ, ਐਂਡ ਉਹਦੇ 'ਚ ਫਿਰ ਕੀ ਹੋਇਆ, ਇਹ ਜਿਹੜੇ ਹੜ੍ਹ ਆ ਰਹੇ ਹੈ, ਜਿਹੜੀ ਹੁਣ ਸਨੋ ਪੈ ਰਹੀ ਹੈ, ਅੱਗਾਂ ਜਿਹੜੀਆਂ ਲੱਗੀਆਂ BC ਦੇ ਵਿੱਚ, ਦੈਟਸ ਦਾ ਆਲ ਇਨਵਾਇਰਨਮੈਂਟਲ ਇੰਪੈਕਟ ਜਿਹੜਾ ਹੈਗਾ ਉਹਦਾ ਪੈ ਰਿਹਾ, ਤੇ ਉਹਦੇ ਆਪਾਂ ਨੂੰ ਭੁਗਤਣਾ ਪੈ ਰਿਹਾ, ਐਂਡ ਇਟਸ ਨਾਟ ਓਵਰ ਯੈਟ। ਕਿਉਂਕਿ ਜਿਹੜਾ ਵੀ ਹੁਣ ਆਪਣੇ ਯੂਨਾਈਟਿਡ ਨੇਸ਼ਨਸ ਜਿਹੜੀ ਕਨਵੈਨਸ਼ਨ ਹੋਈ ਸੀ, ਤੇ ਉੱਥੇ ਜਿਹੜੀ ਹੈਗੀ ਹੈ ਜਿਹੜੀ ਗਲੋਬਲ ਵਾਰਮਿੰਗ ਨੂੰ ਰੋਕਣ ਲਈ, ਇਟਸ ਐਵਰੀਬਾਡੀਜ਼ ਬਿਜ਼ਨਸ। ਆਪਾਂ ਜਿਵੇਂ ਹੁਣ ਦੇਖ ਲਓ ਇਨਵਾਇਰਨਮੈਂਟ, ਆਪਾਂ ਕਿੰਨੇ ਹੁਣ ਆਪਾਂ ਜੇ ਕੋਈ ਕੈਨ ਹੈਗਾ ਜਾਂ ਆਪਾਂ ਜੇ ਗਰਬੇਜ ਸਿੱਟਣ ਤੋਂ ਆਪਾਂ ਨੂੰ ਡਰ ਲੱਗਦਾ, ਆਪਾਂ ਉਹਨੂੰ ਰੀਸਾਈਕਲਿੰਗ ਦੇ ਵਿੱਚ ਸਿੱਟਦੇ, ਉਹ ਆਪਾਂ ਜਿਹੜੀਆਂ ਛੋਟੀਆਂ ਚੀਜ਼ਾਂ ਲੌਂਗ ਟਰਮ ਉਹ ਆਪਾਂ ਨੂੰ ਬੜੀਆਂ ਹੈਲਪ ਹੋਣੀਆਂ। ਵੀ ਕੈਂਟ ਕੀਪ ਔਨ ਡੂਇੰਗ ਦੈਟ। ਸੋ ਤੁਸੀਂ ਆਪਣੇ ਸਨੋ ਦਾ ਐਗਜ਼ਾਮਪਲ ਦੇ ਦਿਓ, ਓਬਵੀਅਸਲੀ ਜਦੋਂ ਹਾਈ ਐਲੀਵੇਸ਼ਨਸ 'ਤੇ ਪੈਣਾ ਉਹਨੇ ਫਿਰ ਖੁਰਨਾ, ਪਾਣੀ ਹੈ, ਹੜ੍ਹ ਪਹਿਲਾਂ ਹੀ ਆ ਕੇ ਹਟੇ ਹੈ। ਸੋ ਦੀਜ਼ ਡੈਵਸਟੇਸ਼ਨਸ ਆਰ ਵੈਰੀ ਲੌਂਗ। ਐਂਡ ਬਾਕੀ ਤੁਸੀਂ ਹਾਈਵੇਜ਼ ਦੀ ਗੱਲ ਕੀਤੀ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ ਫॉर ਆਵਰ ਵਿਊਅਰਸ। ਜਿਹੜੇ ਹੁਣ ਕ੍ਰਿਸਮਸ ਆ ਰਹੀ ਹੈ, ਲੋਕਾਂ ਨੇ ਹੁਣ ਟਰੈਵਲ ਕਰਨਾ, ਆਪਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ, ਕਿਸੇ ਨੇ ਕੋਲੋਨਾ ਜਾਣਾ ਹੈ ਜਾਂ ਟੈਰਸ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੈ। ਫਲਾਈਟਸ ਜਿਹੜੀਆਂ ਆਲਰੇਡੀ I was listening news today, ਕੋਲੋਨਾ ਜਿਹੜੀ ਹੈਗੀ ਹੈ ਕ੍ਰਿਸਮਸ ਦੇ ਟਾਈਮ $400-500 one way ticket, within British Columbia $400 to $600 airfare। ਐਵਰੇਜ ਬੰਦਾ ਕਿੱਥੇ ਅਫੋਰਡ ਕਰਦਾ, ਕਾਰ ਲੈ ਕੇ ਜਾਂਦੇ ਨੋਰਮਲੀ ਲੋਕ। ਉਹਦੇ 'ਚ ਫਿਰ ਇਹ ਹੈਗਾ ਨਾਓ ਦਾ ਗੌਰਮੈਂਟ, ਮਿਸਟਰ ਫਲੈਮਿੰਗ ਆਪਣੇ ਜਿਹੜੇ ਹੈਗੇ ਆ ਟਰਾਂਸਪੋਰਟੇਸ਼ਨ ਮਿਨਿਸਟਰ, ਉਹਨਾਂ ਨੇ ਅੱਜ ਹੀ ਕਿਹਾ ਜੇ ਆਪਾਂ ਸਪਲਾਈ ਚੇਨ ਨੂੰ ਕੰਟਰੋਲ ਤੇ ਬਰਕਰਾਰ ਰੱਖਣਾ ਕਿ ਕੀਮਤਾਂ ਨਾ ਵਧਣ, ਸੋ ਟਰੱਕਸ ਨੂੰ ਪਹਿਲਾਂ ਆਪਾਂ ਨੂੰ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਹੈ ਉਹਨਾਂ ਨੂੰ ਪਹਿਲਾਂ ਆਉਣ ਦੇਣਾ ਪੈਣਾ। ਜੇ ਆਪਾਂ ਕੋਈ ਫਨ ਲਈ ਜਾਂ ਇੱਧਰ ਉੱਧਰ ਜਾਣਾ, ਉਹ ਕਹਿੰਦੇ ਵੀ ਇਫ ਇਜ਼ ਇਟ ਟੋਟਲੀ ਐਸੈਂਸ਼ੀਅਲ ਦੈਨ ਯੂ ਟਰੈਵਲ, ਅਦਰਵਾਈਜ਼ ਡੋਂਟ ਟਰੈਵਲ। ਉੱਥੇ ਫਿਰ ਜੇ ਕੋਈ ਪੰਗਾ ਪੈ ਗਿਆ, ਬੰਦੇ ਸਟ੍ਰੈਂਡਡ ਹੋ ਗਏ ਜਿਵੇਂ ਪਹਿਲਾਂ ਸਟ੍ਰੈਂਡਡ ਹੋਏ ਸੀਗੇ। ਸੋ ਵੀ ਹੈਵ ਟੂ ਬੀ ਰੀਅਲੀ ਹੈਲਪ ਈਚ ਅਦਰ ਟੂ ਸਟੇ ਵਿਜੀਲੈਂਟ, ਤੇ ਜੇ ਨਹੀਂ ਲੋੜ ਤਾਂ ਨਾ ਟਰੈਵਲ ਕਰੋ। That's what the advisory is from the government, and I always say ਜਦੋਂ ਸਰਕਾਰਾਂ ਕਹਿੰਦੀਆਂ there is a reason they are saying it, we have to listen and we have to pay attention। ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ, ਕਿਸ ਤਰ੍ਹਾਂ ਦੇ ਨਾਲ ਕਲਾਈਮੇਟ ਦਾ ਅਸਰ ਪੈ ਰਿਹਾ ਹੈ। ਪਰ ਇਹ ਕੁੱਲ ਮਿਲਾ ਕੇ ਅਸੀਂ ਜਦੋਂ ਕਹਿੰਦੇ ਆ ਕਿ ਸਾਨੂੰ ਕਲਾਈਮੇਟ ਦਾ ਦੇਖਣਾ ਵੀ ਚਾਹੀਦਾ ਹੈ, ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਅਗਲੀਆਂ ਜਨਰੇਸ਼ਨਸ ਦੇ ਲਈ ਕੀ ਕੀਤਾ ਜਾ ਰਿਹਾ, ਅਸੀਂ ਕੀ ਕਰ ਰਹੇ ਹੈਗੇ ਆ। ਅਸੀਂ ਕਿਉਂਕਿ ਬਹੁਤ ਜ਼ਿਆਦਾ ਜਿਵੇਂ ਤੁਸੀਂ ਗਾਰਬੇਜ ਦੀ ਐਗਜ਼ਾਮਪਲ ਦਿੱਤੀ ਹੈ, ਅਸੀਂ ਉੱਦਾਂ ਹੀ ਯੂਜ਼ ਟੂ ਹੋ ਗਏ ਕਿ ਜਿੱਥੇ ਮਰਜ਼ੀ ਜਿਹੜਾ ਗਾਰਬੇਜ ਜਿੱਥੇ ਮਰਜ਼ੀ ਸਿੱਟ ਦਿਓ। ਅਸੀਂ ਰੀਸਾਈਕਲ ਕਿੰਨਾ, ਜਿਹੜੀਆਂ ਦੂਜੀਆਂ ਪਲੇਟਸ ਹੈਗੀਆਂ ਨੇ ਜਾਂ ਅਸੀਂ ਫੂਡ ਖਾਂਦੇ ਆ ਜਦੋਂ, ਤਾਂ ਅਸੀਂ ਕਦੇ ਵੀ ਚਾਹੇ ਅਸੀਂ ਥੋੜੇ ਬਹੁਤ ਜਾਣੇ ਘਰ ਵਿੱਚ ਆਏ ਹੋਈਏ, ਅਸੀਂ ਦੂਜੀਆਂ ਪਲੇਟਸ ਲਿਆ ਕੇ ਸਟੀਰੋਫੋਰਮ ਦੀਆਂ ਜਾਂ ਦੂਜੀਆਂ, ਹੁਣ ਉਹ ਚੀਜ਼ਾਂ ਸਾਨੂੰ ਰੀਯੂਜ਼ੇਬਲ ਚੀਜ਼ਾਂ ਜਿਹੜੇ ਭਾਂਡੇ ਆ ਉਹ ਯੂਜ਼ ਕਰਨੇ ਚਾਹੀਦੇ ਨੇ। ਅਰਸ਼ੇ ਦੇ ਨਾਲ ਕੀ ਚੀਜ਼ਾਂ ਮੈਟਰ ਕਰਦੀਆਂ ਨੇ। ਸੋ ਇਹਦੇ ਨਾਲ ਜਿਹੜਾ, ਸੌਰੀ ਟੂ ਇੰਟਰਪਟ ਯੂ ਬਟ ਮੈਂ ਕਿਹਾ ਭੁੱਲ ਨਾ ਜਾਈਏ ਗੱਲ। ਸੋ ਹੁਣ ਆਪਣੇ ਸਰੀ ਦੇ ਵਿੱਚ ਉਹਨਾਂ ਨੇ ਜਿਹੜੇ ਪਲਾਸਟਿਕ ਬੈਗ ਆ ਗਰੋਸਰੀ ਦੇ ਉਹ ਬੈਨ ਕਰਤੇ ਆ। ਬਿਲਕੁਲ ਅੱਛਾ, ਉਹ ਕਰਕੇ ਹੁਣ ਜਿਹੜੇ ਦੂਸਰੇ ਬੈਗ ਹੈਗੇ ਰੀਯੂਜ਼ੇਬਲ ਉਹਨੂੰ ਯੂਜ਼ ਕਰੋ, ਜਾਂ ਪੇਪਰ ਵਾਲੇ ਬੈਗ ਹੈ। ਮੈਂ ਕਿਹਾ ਪੇਪਰ ਵਾਲੇ ਬੈਗ ਕਿਉਂਕਿ ਉਹ ਕੰਪੋਸਟ ਛੇਤੀ ਹੋ ਜਾਂਦੇ ਆ, ਪਰ ਜਿਹੜੇ ਰੀਸਾਈਕਲਿੰਗ ਵਾਲੇ ਬੈਸਟ ਆ। ਮੈਂ ਅਦਰ ਡੇ ਵੈਂਟ ਟੂ ਸੁਪਰ ਸਟੋਰ ਇਨ ਸਾਊਥ ਸਰੀ, ਉਹਨਾਂ ਕੋਲ ਨਾ ਪੇਪਰ ਵਾਲੇ ਬੈਗ, ਨਾ ਉਹਨਾਂ ਕੋਲ ਰੀਯੂਜ਼ੇਬਲ ਬੈਗ, ਤੇ ਪਲਾਸਟਿਕ ਵਾਲੇ ਤਾਂ ਹੋਣੇ ਹੀ ਕੀ ਹੈ। ਆਈ ਹੈਵ ਟੂ ਫਾਈਂਡ ਅ ਡੱਬਾ ਟੂ ਪੁੱਟ ਮਾਈ ਗਰੋਸਰੀ। ਹੁਣ ਬਾਕਸ ਨਹੀਂ ਹੁੰਦੇ ਛੋਟੇ, ਐਂਡ ਆਈ ਸੈਡ ਯੂ ਨੋ ਲੈਸਨ ਲਰਨਡ ਹੈ। ਹੁਣ ਤੁਹਾਨੂੰ ਇੱਕ ਵਾਰੀ ਲੈਸਨ ਮਿਲਿਆ, ਤੁਸੀਂ ਨੈਕਸਟ ਟਾਈਮ ਤੋਂ ਆਪਣੇ ਰੀਯੂਜ਼ੇਬਲ ਬੈਗ ਮੈਂ ਰੱਖ ਲਏ 2 ਹੁਣ ਕਾਰ ਦੇ ਵਿੱਚ। ਮੇਰੀ ਵਾਈਫ ਨੇ ਪਹਿਲਾਂ ਹੀ ਰੱਖਤੇ ਵੀ ਜੇ ਕਦੇ ਕੋਈ ਚੀਜ਼ ਚੱਕ ਕੇ ਲਿਆਉਣੀ ਹੈ, ਮੈਂ ਤਾਂ ਨਾਟ ਰੈਗੂਲਰ ਗਰੋਸਰੀ ਬਾਇਰ, ਪਰ ਉਹ ਮੈਂ ਹੁਣੇ 2 ਬੈਗ ਐਕਸਟਰਾ ਜਿਹੜੇ ਹੈਗੇ ਜਦੋਂ ਵੀ ਤੁਸੀਂ ਜਾਂਦੇ ਬਾਏ ਕਰਕੇ ਉਹ ਆਪਾਂ ਨਾਲ ਲੈ ਜਾਓ। ਬਿਲਕੁਲ। ਤੇ
these little things ਜਿਵੇਂ ਤੁਸੀਂ ਕਿਹਾ it helps ਇਟ ਹੈਲਪਸ ਸਹੀ ਗੱਲ ਹੈ ਇਹ ਗੱਲ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਪੱਲੇ ਕਹਿੰਦੇ ਬੰਨ ਲੈਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੈਲਪ ਕਰਦੀਆਂ ਨੇ ਜੇ ਅਸੀਂ ਇੱਕ ਇੱਕ ਕਰਕੇ ਇਦਾਂ ਕਰਨ ਲੱਗ ਜਾਵਾਂਗੇ ਤਾਂ ਕਿੰਨੇ ਲੋਕ ਹੈਗੇ ਨੇ ਜਿਹੜੇ ਆਪਣੇ ਲੈਵਲ ਦੇ ਉੱਤੇ ਜੇ ਸ਼ੁਰੂ ਕਰਨਗੇ ਤਾਂ ਇਹ ਚੇਂਜ ਹੋ ਸਕਦਾ ਪਰ ਇਹਨੂੰ ਟਾਈਮ ਲੱਗਣਗੇ ਜਿੰਨਾ ਟਾਈਮ ਖਰਾਬ ਕਰਨ ਤੇ ਲੱਗਿਆ ਹੈ ਉਹਨੇ ਤੋਂ ਜ਼ਿਆਦਾ ਦੁੱਗਣਾ ਟਾਈਮ ਜਿਹੜਾ ਉਹ ਸਹੀ ਹੋਣ ਤੇ ਲੱਗਣਾ ਹੈ ਪਰ ਹੁਣ ਅਸੀਂ এনवायरमेंट ਦੀ ਗੱਲ ਕਰ ਰਹੀ ਹੈ ਸਰਕਾਰਾਂ ਦੀ ਗੱਲ ਕਰ ਰਹੀ ਹੈ ਅਸੀਂ ਆਪਣੀ ਕਮਿਊਨਿਟੀ ਦੀ ਵੀ ਗੱਲ ਕਰ ਲੈਨੇ ਕਿ ਕਮਿਊਨਿਟੀ ਵੀ ਅੱਗੇ ਹੋ ਕੇ ਹੈਲਪ ਕਰਦੀ ਹੈ ਪਰ ਕਮਿਊਨਿਟੀ ਜਿਹੜੀ ਹੈ ਇਸੇ ਜੇ ਇਹ ਚੀਜ਼ਾਂ ਵਧੀਆ ਚੀਜ਼ਾਂ 'ਚ ਵੀ ਹੈਲਪ ਕਰੇ ਤਾਂ ਬਹੁਤ ਕੁਝ ਸੁਧਰ ਸਕਦਾ ਹੈ ਹੁਣ ਜਾਂਦੇ ਜਾਂਦੇ ਸਿੱਧੂ ਸਾਹਿਬ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਬਾਰੇ ਵੀ ਦੱਸ ਦਿਓ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਹੋ ਰਿਹਾ ਅੱਜ ਜੋ ਬਾਈਡਨ ਦੀ ਮੀਟਿੰਗ ਹੋਣੀ ਸੀਗੀ ਵਲਾਦੀਮੀਰ ਪੁਤਿਨ ਦੇ ਨਾਲ ਹਾਂਜੀ ਸੋ ਉਹਨਾਂ ਨੇ ਵਰਚੁਅਲ ਮੀਟਿੰਗ ਜਿਹੜੀ ਹੈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਉਹਨਾਂ ਨੇ ਗੱਲ ਹੋਈ ਸੋ ਵਾਸ ਅ ਵੈਰੀ ਵੈਰੀ ਟੈਂਸ ਮੋਮੈਂਟ ਬੋਥ ਜਿਹੜੇ ਲੀਡਰ ਸੀਗੇ ਐਂਡ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਸੋਵੀਅਤ ਯੂਨੀਅਨ ਰਸ਼ੀਆ ਸਪੈਸ਼ਲੀ ਉਹਨਾਂ ਨੇ ਆਪਦੀਆਂ ਜਿਹੜੀਆਂ ਫੌਜਾਂ ਆ ਯੂਕਰੇਨ ਦੇ ਨੇੜੇ ਲੈ ਗਏ ਸੋ ਦੇਰ ਇਜ਼ ਅ ਬਿਗੈਸਟ ਥ੍ਰੈਟ ਵੀ ਇਹ ਜਿਹੜੀ ਮਿਸਟਰ ਪੁਟਿਨ ਦੀ ਜਿਹੜੇ ਪਲਾਨ ਹੈਗਾ ਵੀ ਇਹਨਾਂ ਨੇ ਪਹਿਲਾਂ ਕ੍ਰੀਮੀਆ ਕਰ ਲਿਆ ਸੀਗਾ ਟੇਕ ਓਵਰ ਹੁਣ ਇਹਦੀ ਅੱਖ ਹੈਗੀ ਯੂਕਰੇਨ ਤੇ ਵੀ ਯੂਕਰੇਨ ਨੂੰ ਟੇਕ ਓਵਰ ਕਰ ਲਈ ਉੱਥੇ ਟੈਨਸ਼ਨ ਸੋ ਯੂਕਰੇਨ ਦਾ ਭੱਜ ਕੇ ਫੋਰਨ ਮਿਨਿਸਟਰ ਅਮਰੀਕਾ ਗਿਆ ਵੀ ਇਹਨੂੰ ਰੋਕੋ ਇਹਦਾ ਬਹੁਤ ਪੰਗੇ ਲੈਂਦਾ ਸੋ what happened is so Mr. Biden clearly told Mr. Putin that this aggression have to be stopped because everybody have to be aware because ਇੱਥੇ ਨਹੀਂ ਰੁਕਣਾ ਨਾ ਕਿਉਂਕਿ that was Ukraine was an ex part of Soviet Union Mr. Putin ਦੀ ਜਿਹੜੀ ambition had to take that back to taking to old Soviet Union so ਉਹਨੂੰ ਜਿਹੜੀ aggression ਨੂੰ ਰੋਕਣ ਲਈ ਜਿਹੜੇ European countries are very worried and America ਜਿਹੜਾ ਹੈਗਾ ਆ ਉਹਨਾਂ ਨੇ already ਉਹਨਾਂ ਨੂੰ ਦੇਤਾ ਆ ਵੀ ਇਕਨੋਮਿਕ ਸੈਂਕਸ਼ਨ ਹੋਰ ਲਾਈਆਂ ਜਾਣਗੀਆਂ ਉਹਦੀ ਜਿਹੜੀ ਇਕਨੋਮੀ 'ਤੇ ਬੜਾ ਨੈਗੇਟਿਵ ਇੰਪੈਕਟ ਪੈਂਦਾ ਉਹਦਾ ਪ੍ਰੈਸ਼ਰ ਪਊਗਾ ਐਂਡ ਇਵੈਂਚੁਅਲੀ ਹੀ ਸੈਡ ਇਫ ਦੇ ਡੋਂਟ ਸਟਾਪ ਦੇ ਅਮਰੀਕਾ ਮਾਈਟ ਮੋਬਿਲਾਈਜ਼ਿੰਗ देयर ਫੋਰਸਿਸ ਕਲੋਜ਼ ਟੂ ਰਸ਼ੀਆ ਐਜ਼ ਵੈਲ ਸੋ ਇਹ ਜਿਹੜੀ ਹੈਗੀ ਹੈ ਉੱਧਰੋਂ ਜਿਹੜਾ ਜਾਪਾਨ ਅਤੇ ਚਾਈਨਾ ਰਸ਼ੀਆ ਜਿਹੜਾ ਹੈਗਾ ਉਹਨਾਂ ਦਾ ਕੌਨਫਲਿਕਟ ਚੱਲ ਰਿਹਾ ਖਾਸ ਕਰ ਚਾਈਨਾ ਐਂਡ ਜਾਪਾਨ ਸੋ ਉਹਨਾਂ ਨੇ ਜਾਪਾਨ ਨੇ ਆਪਦੀਆਂ ਜਿਹੜੀਆਂ ਫੋਰਸਿਸ ਉਹਨਾਂ ਨੂੰ ਮੋਬਾਈਲ ਕਰਨਾ ਸ਼ੁਰੂ ਕਰਤਾ ਸੋ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਟੈਨਸ਼ਨਸ ਹੈ ਇਹ ਕਾਫੀ ਚੱਲ ਰਹੀਆਂ I thought it will be in a negotiation ਤੇ ਟੇਬਲ ਤੇ ਬਹਿ ਕੇ ਗੱਲਬਾਤ ਕਰਕੇ ਨਿਪਟ ਲੈਣ ਕਿਉਂਕਿ ਬਾਕੀ ਪੰਗੇ ਮੁੱਕਣ 'ਚ ਨਹੀਂ ਆਉਂਦੇ ਜਿਹੜੇ ਆਪਣੇ ਵੇਰੀਐਂਟ ਜਿਹੜਾ ਹੈਗਾ ਕੋਵਿਡ ਹੈਗਾ ਇੰਟਰਨੈਸ਼ਨਲ ਇਸ਼ੂ ਬਣਿਆ ਹੋਇਆ ਉਹਨੂੰ ਕਰਨ ਦੀ ਬਜਾਏ ਜੇ ਵਾਰ ਵੂਰ ਸ਼ੁਰੂ ਹੋ ਗਏ ਤਾਂ ਬਹੁਤ ਕੰਮ ਖਰਾਬ ਹੋ ਜਾਣਾ ਬਿਲਕੁਲ ਅਸੀਂ ਚਾਹੁੰਦੇ ਹੀ ਨਹੀਂਗੇ ਕਿ ਹੁਣ ਅਸੀਂ ਉਸ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਹੁਣ 2021 ਦੇ ਵਿੱਚ ਰਹਿ ਰਹੇ ਹਾਂ ਆਲਮੋਸਟ ਖਤਮ ਹੋਣ ਵਾਲਾ ਆ ਤੇ ਇਹ ਹੈ ਕਿ ਹੁਣ ਜੰਗਾਂ ਤੋਂ ਜਿਹੜਾ ਦੂਰ ਰਹਿ ਕੇ ਇੱਕ ਟੇਬਲ ਤੇ ਬੈਠ ਕੇ ਨੈਗੋਸੀਏਸ਼ਨਸ ਜਿਹੜੀਆਂ ਨੇ ਉਹ ਕਰ ਲੈਣੀਆਂ ਚਾਹੀਦੀਆਂ ਨੇ ਉਹ ਜਿੱਥੇ ਲੋਕਾਂ ਦੇ ਲਈ ਵਧੀਆ ਹੈ ਇਨਸਾਨੀਅਤ ਦੇ ਲਈ ਵਧੀਆ ਹੈ ਉੱਥੇ ਸਾਡੇ ਵਾਤਾਵਰਨ ਦੇ ਲਈ ਵੀ ਵਧੀਆ ਹੈ ਸੋ ਸਾਰਿਆਂ ਦੇ ਲਈ ਜਿਹੜਾ ਹੈ ਇੱਕ ਦੂਜੇ ਦੇ ਨਾਲ ਜਿਹੜਾ ਵਪਾਰ ਆ ਉਹ ਹੁੰਦਾ ਰਹੇ ਪਰ ਇਹ ਹੈ ਕਿ ਟੇਬਲ ਦੇ ਉੱਤੇ ਬੈਠ ਕੇ ਟਾਕ ਕਰਨ ਦੇ ਨਾਲੋਂ ਵਧੀਆ ਗੱਲ ਕੋਈ ਹੋਰ ਹੋ ਨਹੀਂ ਸਕਦੀ ਸੋ ਸਿੱਧੂ ਸਾਹਿਬ ਤੁਸੀਂ ਅੱਜ ਸਾਡੇ ਨਾਲ ਟਾਈਮ ਟੂ ਟਾਈਮ ਕੱਢਿਆ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਵੱਖ-ਵੱਖ ਖਬਰਾਂ ਦੇ ਬਾਰੇ ਵਿਚਾਰ ਚਰਚਾ ਕੀਤੀ ਹੈ ਤੇ ਉਮੀਦ ਕਰਾਂਗੇ ਕਿ ਅਸੀਂ ਮਹੀਨੇ 'ਚ ਇੱਕ ਅੱਧੀ ਵਾਰੀ ਇਦਾਂ ਦਾ ਕੀ ਕੁਝ ਹੋ ਰਿਹਾ ਸਾਡੇ ਕੈਨੇਡਾ ਦੇ ਵਿੱਚ ਤੇ ਨਾਲ ਅਮਰੀਕਾ ਦੇ ਵਿੱਚ ਇਸ ਬਾਰੇ ਗੱਲਬਾਤ ਜ਼ਰੂਰ ਕਰਦੇ ਰਹੀਏ ਪਰ ਅੱਜ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਅਰਸ ਐਂਡ ਆਪਾਂ once a month ਪਲਾਨ ਬਣਾਇਆ ਨੋਰਮਲੀ ਅੱਗੇ ਪਿੱਛੇ ਹੋ ਜਾਂਦਾ ਆ ਤਾਂ ਕਿ ਜਿਹੜੇ ਆਪਣੇ ਜਿੰਨੇ ਵੀ ਲੋਕਲ ਪ੍ਰੋਵਿੰਸ਼ੀਅਲ ਫੈਡਰਲ ਜਿਹੜੇ ਇਸ਼ੂਜ਼ ਹੈ ਉਹਨਾਂ 'ਤੇ ਆਪਾਂ ਐਡਰੈਸ ਕਰ ਸਕੀਏ ਆਪਣੇ ਜਿਹੜੇ ਵਿਊਅਰਸ ਹੈ ਉਹਨਾਂ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਸਕੀਏ ਉਸ ਦੇ ਨਾਲ ਦਾ ਫਾਈਨਲ ਕਮੈਂਟ ਇਜ਼ ਕ੍ਰਿਸਮਸ ਟਾਈਮ ਆ ਰਿਹਾ ਸੋ ਸਾਰਿਓ ਬੀ ਕੇਅਰਫੁਲ ਐਂਡ ਸੈਲੀਬ੍ਰੇਟ ਓਬਵੀਅਸਲੀ ਇਟਸ ਐਂਡ ਆਫ ਦਾ ਈਅਰ ਸਾਰਿਆਂ ਨੇ ਆਪਦੇ ਦੇਖਣਾ ਸਾਲ ਕਿਵੇਂ ਰਿਹਾ ਕੀ ਤੁਹਾਡੇ ਗੋਲਸ ਹੈ ਨੈਕਸਟ ਈਅਰ ਲਈ ਅਤੇ ਉਹਨਾਂ ਨੂੰ ਫੈਮਲੀਆਂ ਨਾਲ ਸੇਫਟੀ ਦੇ ਨਾਲ ਸੈਲੀਬ੍ਰੇਟ ਕਰੋ ਗੌਰਮੈਂਟ ਦਾ ਸਾਥ ਦਿਓ ਸਰਕਾਰਾਂ ਜਿਹੜੇ ਇੰਸਟਰਕਸ਼ਨ ਦਿੰਦੀਆਂ ਉਹਨੂੰ ਫੋਲੋ ਕਰੋ ਜੇ ਵੈਕਸੀਨ ਨਹੀਂ ਲਵਾਏ ਤਾਂ ਵੈਕਸੀਨ ਲਵਾਓ ਸੇਫਟੀ ਦਾ ਖਿਆਲ ਰੱਖੋ ਹਾਈਜੀਨ ਦਾ ਖਿਆਲ ਰੱਖੋ ਉਹ ਤੁਹਾਡੇ ਕੰਮ 'ਤੇ ਹੈ ਭਾਵੇਂ ਆਫਿਸ 'ਤੇ ਹੈ ਜਿੱਥੇ ਵੀ ਤੁਹਾਡੇ ਹੈਗੇ ਆ ਐਂਡ ਪ੍ਰੋਪਰ ਡਿਸਟੈਂਸਿੰਗ ਮਾਸਕ ਜਿੱਥੇ ਰਿਕੁਆਇਰਮੈਂਟ ਆ ਉੱਥੇ ਲਾਓ ਐਂਡ ਇੰਜੋਏ ਸੇਫਲੀ ਧੰਨਵਾਦ ਥੈਂਕ ਯੂ ਸੋ ਮਚ ਸੋ ਇਹ ਸੀ ਅੱਜ ਦੀ ਖਾਸ ਮੁਲਾਕਾਤ ਪ੍ਰੋਫੈਸਰ CJ ਸਿੱਧੂ ਦੇ ਨਾਲ ਅੱਜ ਗੱਲਬਾਤ ਹੋਈ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਜ਼ਰੂਰ ਦੱਸਿਓ ਅਸੀਂ ਇਹਨਾਂ ਦੇ ਨਾਲ ਮੰਥਲੀ ਇੱਕ ਵਾਰ ਜ਼ਰੂਰ ਅਪਡੇਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਵਾਂਗੇ ਤਾਂ ਕਿ ਪਤਾ ਲੱਗਦਾ ਰਹੇ ਕਿ ਕੈਨੇਡਾ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਕੀ ਹੋ ਰਿਹਾ ਤੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਇਸੇ ਤਰ੍ਹਾਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ